ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਨਿਊਜ਼ ਏਸ਼ੀਆ ਪੰਜਾਬੀ। ਮੇਰਾ ਨਾਮ ਹੈ ਪੌਨੀ ਬਿੰਦਰਾ। ਅੱਜ ਫੇਰ ਬੜੇ ਟਾਈਮ ਬਾਅਦ ਸ਼ਾਮ ਦੀ ਡਿਬੇਟ ਦੇ ਵਿੱਚ ਤੁਹਾਡੇ ਨਾਲ ਹਾਜ਼ਰ ਹੋਏ ਹਾਂ। ਮਾफ़ ਕਰਨਾ, ਕੁਝ ਸਮੇਂ ਲਈ ਅਸੀਂ ਕੁਝ ਕਾਰਨਾਂ ਕਰਕੇ ਗਾਇਬ ਹੋ ਗਏ ਸੀ ਵਿੱਚੋਂ, ਪਰ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਰੋਜ਼ ਰੈਗੂਲਰ ਤੁਹਾਡੇ ਨਾਲ ਜੁੜਦੇ ਰਹੀਏ। ਸਾਡੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਸਾਡੇ ਐਡੀਟਰ ਇਨ ਚੀਫ ਸਰਦਾਰ ਕੁਲਵੰਤ ਸਿੰਘ ਜੀ। ਕੁਲਵੰਤ ਜੀ, ਬਹੁਤ ਬਹੁਤ ਸਵਾਗਤ ਹੈ ਇਸ ਸ਼ੋਅ ਦੇ ਵਿੱਚ। ਬਹੁਤ ਧੰਨਵਾਦ ਜੀ। ਕੁਲਵੰਤ ਜੀ, ਜਿਹੜੇ ਮਸਲੇ 'ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ, ਇਹ ਬੜਾ ਭਖਿਆ ਹੋਇਆ ਮਸਲਾ, ਸੋਸ਼ਲ ਮੀਡੀਆ ਦੇ ਉੱਪਰ ਇਹਦੇ 'ਤੇ ਕਾਫੀ ਚਰਚਾ ਚੱਲ ਰਹੀ ਹੈ। ਜੀ ਜੀ। ਮਲੋਟ ਦੇ ਵਿੱਚ ਬੀਜੇਪੀ ਦੇ ਇੱਕ ਵਿਧਾਇਕ ਅਰੁਣ ਨਾਰੰਗ ਨਾਮ ਹੈ ਉਹਨਾਂ ਦਾ, ਉਹਨਾਂ ਦੀ ਕੁੱਟਮਾਰ ਹੋਈ ਆ। ਅਬੋਹਰ ਦੇ ਵਿਧਾਇਕ ਨੇ ਇਹ, ਅਤੇ ਇਹਨਾਂ ਨੂੰ ਕਥਿਤ ਕਿਸਾਨਾਂ ਵੱਲੋਂ ਦੱਸਿਆ ਜਾ ਰਿਹਾ ਵੀ ਜਿਹੜੀ ਕੁੱਟਮਾਰ ਹੋਈ ਹੈ, ਇਹਨਾਂ ਨੂੰ ਨੰਗਾ ਵੀ ਕੀਤਾ ਗਿਆ, ਕੱਪੜੇ ਕੁੱਪੜੇ ਫਾੜ ਦਿੱਤੇ ਗਏ, ਜੋ ਕੁਛ ਹੋਇਆ ਤਸਵੀਰਾਂ ਆਪਾਂ ਦੇਖ ਚੁੱਕੇ ਹਾਂ। ਇਹਦੇ ਉੱਪਰ ਹੁਣ ਇਹਨਾਂ ਦਾ ਆਪਣਾ ਬਿਆਨ ਆਇਆ। ਇਹਨਾਂ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਨਾਰੰਗ ਸਾਹਿਬ ਨੇ ਦੱਸਿਆ ਕਿ ਅਸੀਂ ਜਿਹੜੀ ਇਹ ਕੁੱਟਮਾਰ ਹੈ, ਇਹ ਕਾਂਗਰਸੀਆਂ ਵੱਲੋਂ ਕੀਤੀ ਗਈ ਹੈ, ਨਾ ਕਿ ਕਿਸਾਨਾਂ ਵੱਲੋਂ। ਅਤੇ ਉਹਨਾਂ ਨੇ ਇੱਕ ਹੋਰ ਬਹੁਤ ਵੱਡਾ ਦੋਸ਼ ਲਾਇਆ ਕਾਂਗਰਸ ਸਰਕਾਰ ਦੇ ਉੱਪਰ ਕਿ ਜੇ ਇਸ ਸੂਬੇ ਦੇ ਵਿੱਚ MLA ਹੀ ਸੁਰੱਖਿਅਤ ਨਹੀਂ ਨੇ ਤਾਂ ਆਮ ਜਨਤਾ ਦਾ ਕੀ ਹਾਲ ਹੋਏਗਾ। ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਬੋਨੀ, ਪਹਿਲੀ ਗੱਲ ਤਾਂ ਇਹ ਹੈ ਵੀ ਕਿਸੇ ਨਾਲ ਵੀ ਲੋਕ ਨੁਮਾਇੰਦੇ ਨਾਲ ਕੁੱਟਮਾਰ ਹੋਣੀ ਜਿਹੜੀ ਆ ਉਹ ਨਿੰਦਣਯੋਗ ਹੈ ਜੀ। ਚਾਹੇ ਉਹ ਲੋਕ ਨੁਮਾਇੰਦਾ ਹੈ, ਚਾਹੇ ਉਹ ਕੋਈ ਕਿਸਾਨ ਹੈ, ਚਾਹੇ ਕੋਈ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੈ, ਜਾਂ ਫਿਰ ਆਮ ਆਦਮੀ ਹੈ। ਕੁੱਟਮਾਰ ਜਲੀਲ ਕਰਨਾ ਇਹ ਨਿੰਦਣਯੋਗ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਜੀ। ਲੇਕਿਨ ਜੇਕਰ ਆਪਾਂ ਵੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਿਧਾਇਕ ਨਾਲ ਜੋ ਕੁਛ ਵੀ ਹੋਇਆ ਉਹਦੇ ਅਗਰ ਥੋੜ੍ਹਾ ਜਿਹਾ ਉਹਦਾ ਵਿਸ਼ਲੇਸ਼ਣ ਕਰੀਏ ਤਾਂ ਉਹਦੇ ਵਿੱਚ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜੀ। ਅਰੁਣ ਨਾਰੰਗ ਵੱਲੋਂ ਜਿਹੜਾ ਦੋਸ਼ ਲਾਇਆ ਗਿਆ ਉਹ ਇਹ ਲਾਇਆ ਗਿਆ ਕਿ ਕਾਂਗਰਸੀਆਂ ਵੱਲੋਂ ਜਿਹੜਾ ਇਹ ਸਾਰਾ ਸਾਡੇ ਦੇ ਉੱਤੇ ਅਟੈਕ ਕਰਵਾਇਆ ਗਿਆ ਜੀ। ਇਸ ਸਾਰੇ ਸ਼ੜਯੰਤਰ ਦੇ ਪਿੱਛੇ ਬਿਲਕੁਲ ਬਿਲਕੁਲ, ਕਿਉਂਕਿ ਉਹ ਕਾਂਗਰਸ ਸਰਕਾਰ ਦੇ ਹੀ ਵਿਰੁੱਧ ਜਿਹੜਾ 4 ਸਾਲ ਦੇ ਜਿਹੜੀਆਂ ਪ੍ਰਾਪਤੀਆਂ ਦੇ ਜਿਹੜੀਆਂ ਅਮਰਿੰਦਰ ਸਿੰਘ ਉਹਨਾਂ ਨੇ ਦਾਅਵਾ ਕੀਤਾ ਸੀਗਾ ਵੀ ਅਸੀਂ ਜਿਹੜਾ 85.ਕੁਛ% ਜਿਹੜੇ ਆ ਵਾਅਦੇ ਪੂਰੇ ਕਰ ਦਿੱਤੇ ਨੇ ਜੀ। ਅਤੇ ਚੰਦਰ ਬਾਬੂ ਨਾਇਡੂ ਹੋਣਾ ਨੂੰ ਜਿਹੜਾ ਅਸੀਂ ਪਿੱਛੇ ਛੱਡ ਗਏ, 71% ਉਹਨਾਂ ਨੇ ਵਾਅਦੇ ਪੂਰੇ ਕੀਤੇ ਸੀ, ਅਸੀਂ 85.ਕੁਛ% ਵਾਅਦੇ ਪੂਰੇ ਕਰਤੇ ਨੇ ਜੀ। ਉਹ ਸਾਰੇ ਪੰਜਾਬ ਦੇ ਵਿੱਚ BJP ਆਗੂ ਜਿਹੜੇ ਸੀ ਉਹ ਪੱਤਰਕਾਰ ਸੰਮੇਲਨ ਕਰ ਰਹੇ ਸੀਗੇ, ਉਹਦੇ ਵਿੱਚੋਂ ਅਰੁਣ ਨਾਰੰਗ ਹੋਣਾ ਨੇ ਵੀ ਪੱਤਰਕਾਰ ਸੰਮੇਲਨ ਕਰਨਾ ਸੀਗਾ ਜੀ। ਅਤੇ ਇਹਦੇ ਵਿੱਚ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਘਿਰਾਓ ਕੀਤਾ ਗਿਆ, ਕਿਸਾਨਾਂ ਨੂੰ ਪਤਾ ਲੱਗ ਗਿਆ, ਅਤੇ ਉਸ ਤੋਂ ਬਾਅਦ ਜੋ ਕੁਛ ਵੀ ਹੋਇਆ ਸਾਰਿਆਂ ਦੇ ਸਾਹਮਣੇ ਆ ਜੀ। ਲੇਕਿਨ ਹੁਣ ਪਹਿਲਾਂ ਆਪਾਂ ਅਰੁਣ ਨਾਰੰਗ ਹੋਣਾ ਦੇ ਨਾਲ ਜੋ ਕੁਛ ਹੋਇਆ ਆਪਾਂ ਉਸ ਗੱਲ ਨੂੰ ਥੋੜ੍ਹਾ ਜਿਹਾ ਧਿਆਨ ਦਈਏ। ਅਰੁਣ ਨਾਰੰਗ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹੜੇ ਨੇ ਮੌਜੂਦਾ, ਉਹ ਆਪਣਾ ਸੁਨੀਲ ਜਾਖੜ ਹੋਣੇ, ਉਹਨਾਂ ਨੂੰ ਹਰਾਇਆ। ਉਹਨਾਂ ਨੂੰ ਹਰਾ ਕੇ ਉਹ ਆਪਣੇ ਜਿਹੜੇ ਵਿਧਾਇਕ ਬਣੇ ਸੀਗੇ ਜੀ। ਹੁਣ ਪੰਜਾਬ ਕਾਂਗਰਸ ਇਸ ਵੇਲੇ ਜਿਹੜੀ ਆ ਉਹ ਸੱਤਾ ਦੇ ਵਿੱਚ ਹੈ, ਪਾਰਟੀ ਜਿਹੜੀ ਆ ਉਹ ਇਸ ਵੇਲੇ ਪੰਜਾਬ ਦੇ ਉੱਤੇ ਰਾਜ ਕਰ ਰਹੀ ਹੈ ਜੀ। ਇੰਟੈਲੀਜੈਂਸ ਉਹਨਾਂ ਦੀ ਹੋਏਗੀ ਔਰ ਉਹਨਾਂ ਦੇ ਸਰਕਾਰ ਉਹਨਾਂ ਦੀ ਹੈਗੀ ਆ। ਜਿਹੜੇ ਸੁਨੀਲ ਜਾਖੜ ਹੋਣੀ ਨੇ ਇਸ ਵੇਲੇ ਪ੍ਰਧਾਨ ਨੇ, ਅਤੇ ਜੇਕਰ ਆਪਾਂ ਪ੍ਰੋਟੋਕੋਲ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਪ੍ਰਧਾਨ ਜਿਹੜਾ ਹੁੰਦਾ, ਕਾਂਗਰਸ ਪ੍ਰਧਾਨ ਹੁੰਦਾ, ਜਿਹੜਾ ਸੂਬੇ ਦਾ ਪ੍ਰਧਾਨ ਹੁੰਦਾ, ਉਹ ਮੁੱਖ ਮੰਤਰੀ ਤੋਂ ਉੱਪਰ ਹੁੰਦਾ ਜੀ। ਮੁੱਖ ਮੰਤਰੀ ਨੂੰ ਵੀ ਜਿਹੜਾ ਉਹ ਉਹਦੇ ਜਵਾਬ ਤਲਬੀ ਕਰ ਸਕਦਾ ਹੁੰਦਾ। ਅਤੇ ਇਹਦਾ ਮਤਲਬ ਇਹ ਹੋ ਗਿਆ ਕਿ ਉਹ ਸਾਰੀਆਂ ਸ਼ਕਤੀਆਂ ਜਿਹੜੀਆਂ ਸੀਗੀਆਂ ਉਹ ਉਹਨਾਂ ਦੇ ਹੱਥਾਂ। ਜੇ ਹੁਣ ਆਪਾਂ ਉਹਨਾਂ ਦੇ ਅਰੁਣ ਨਾਰੰਗ ਦੇ ਐਂਗਲ ਤੋਂ ਦੇਖੀਏ ਜੀ, ਏਜੰਸੀਆਂ ਉਹਨਾਂ ਕੋਲ ਨੇ, ਸਾਰਾ ਕੁਝ ਉਹਨਾਂ ਕੋਲ ਦੇ ਹੈਗਾ, ਅਤੇ ਉਹਨਾਂ ਦੇ ਕਹਿਣ ਤੋਂ ਭਾਵ ਇਹ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਕਾਂਗਰਸ ਸਰਕਾਰ ਵੱਲੋਂ ਅਤੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਪੰਜਾਬ ਦੇ, ਉਹਨਾਂ ਵੱਲੋਂ ਕਰਵਾਇਆ ਗਿਆ। ਹੁਣ ਦੂਜੇ ਪਾਸੇ ਆਪਾਂ ਆਈਏ ਕਿਸਾਨਾਂ ਵਾਲੇ ਪਾਸੇ। ਕਿਸਾਨ ਜਗ੍ਹਾ ਜਗ੍ਹਾ ਦੇ ਉੱਤੇ ਵਿਰੋਧ ਕਰ ਰਹੇ ਨੇ। 4 ਮਹੀਨੇ ਹੋ ਗਏ ਉਹ ਉੱਥੇ ਬੈਠੇ ਨੇ, ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਨੇ। ਪੰਜਾਬ ਜਿਹੜਾ ਉਹ ਅੱਧੇ ਨਾਲੋਂ ਜ਼ਿਆਦਾ ਪੰਜਾਬ ਜਿਹੜਾ ਉੱਥੇ ਬੈਠਾ ਹੈ, ਉੱਥੇ ਜਦੋਂ ਜਾਂਦੇ ਨੇ ਤਾਂ ਭਾਰਤੀ ਜਨਤਾ ਪਾਰਟੀ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਵਾਲੇ ਨੇ ਇਹਨਾਂ ਨੂੰ ਅੱਤਵਾਦੀ ਕਹਿੰਦੇ ਨੇ, ਇਹਨਾਂ ਨੂੰ ਵੱਖਵਾਦੀ ਕਹਿੰਦੇ ਨੇ, ਇਹਨਾਂ ਨੂੰ ਜਿਹੜਾ ਖੱਬੇ ਪੱਖੀ ਕਹਿੰਦੇ ਨੇ, ਇਹਨਾਂ ਨੂੰ ਕਾਮਰੇਡ ਕਹਿੰਦੇ ਨੇ, ਬਹੁਤ ਖਾਲਿਸਤਾਨੀ ਕਹਿੰਦੇ ਨੇ। ਅਤੇ ਜਦੋਂ ਮਾੜਾ ਮੋਟਾ ਨਿਕਲ ਕੇ ਕਿਤੇ ਪ੍ਰਦਰਸ਼ਨ ਕਰਦੇ ਨੇ ਤਾਂ ਇਹਨਾਂ ਨੂੰ ਕੁੱਟਦੇ ਨੇ, ਇਹਨਾਂ ਦੇ ਉੱਤੇ ਜਿਹੜੀਆਂ ਦੇਸ਼ ਧਰੋਹ ਦੀਆਂ ਧਾਰਾਵਾਂ ਲਾ ਦਿੰਦੇ ਨੇ, ਇਹਨਾਂ ਦਾ ਬਿਜਲੀ ਪਾਣੀ ਤੇ ਸਾਰਾ ਕੁਝ ਬੰਦ ਕਰ ਦਿੰਦੇ ਨੇ। ਅਣਮਨੁੱਖੀ ਜਿਹੜੀਆਂ ਕਾਰਵਾਈਆਂ ਇਹਨਾਂ ਦੇ ਉੱਤੇ ਕੀਤੀਆਂ ਜਾਂਦੀਆਂ ਨੇ। ਰੱਜ ਕੇ ਇਹਨਾਂ ਦੇ ਨਾਲ ਤਸ਼ੱਦਦ ਹੁੰਦਾ। ਜੇਕਰ ਯਾਦ ਕਰੋ, ਜੇਕਰ 27 ਤਰੀਕ ਦੀ ਰਾਤ ਨੂੰ ਉੱਥੇ ਰਾਕੇਸ਼ ਟਿਕੈਤ ਹੋਣੀ, ਰੋ ਨਾ ਪੈਂਦੇ ਮੀਡੀਆ ਦੇ ਸਾਹਮਣੇ, ਅਤੇ ਇੰਨਾ ਵੱਡਾ ਇਕੱਠ ਨਾ ਹੋ ਜਾਂਦਾ ਉੱਥੇ, ਅੱਜ ਕੀ ਉੱਥੇ ਕਿਸਾਨ ਕੋਈ ਨਜ਼ਰ ਆਉਂਦਾ? ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਕੇਂਦਰ ਸਰਕਾਰ ਨੇ ਕਿੰਨੀ ਸੁਰੱਖਿਆ ਬਲ ਜਿਹੜੇ ਉੱਥੇ ਭੇਜ ਦਿੱਤੇ ਸੀਗੇ, ਕੀ ਹਾਲ ਕੀਤਾ ਸੀ ਉੱਥੇ ਜਿਹੜੇ ਉੱਥੇ ਕਰਨ ਲੱਗੇ ਸੀਗੇ ਉੱਥੇ ਸਾਰੇ ਕਿਸਾਨਾਂ ਦਾ।
ਤੇ ਇਹ ਸਾਰਿਆਂ ਦੇ ਸਾਹਮਣੇ ਆ ਜੀ। ਕਿਸਾਨ 4 ਮਹੀਨੇ ਤੋਂ ਲੱਗੇ ਹੋਏ ਨੇ, ਉਹਨਾਂ ਦੇ ਮਿੰਨਤਾਂ ਵੀ ਕਰ ਲੀਆਂ, ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, 11-12 ਦੌਰ ਦੀ ਗੱਲਬਾਤ ਵੀ ਹੋਈ ਹੈ ਜੀ। ਗੱਲਬਾਤ ਦੇ ਦੌਰਾਨ ਜਿਹੜੀ ਆ ਉੱਥੇ ਕੋਈ ਗੱਲ ਕਰਦੇ ਨਹੀਂ ਚੱਜ ਨਾਲ, ਤੇ ਬਾਹਰ ਆ ਕੇ ਕਹਿੰਦੇ ਨੇ ਜੀ ਕਿਸਾਨ ਤਾਂ ਮੰਨਣ ਨੂੰ ਤਿਆਰ ਨਹੀਂ ਹੈਗੇ ਜੀ। ਕਿਸਾਨਾਂ ਨੇ ਇੱਕ ਮੱਦ ਦੇ ਉੱਤੇ ਜਿਹੜੀ ਆ ਉਹਨਾਂ ਦੇ ਨਾਲ ਬਹਿਸ ਕੀਤੀ ਹੈ, ਇੱਕ ਮੱਦ ਉਹਨਾਂ ਨੂੰ ਸਮਝਾਈ ਹੈ ਕਿ ਤੁਸੀਂ ਇੱਥੇ ਸਾਡੇ ਨਾਲ ਧੱਕਾ ਕਰ ਰਹੇ ਹੋ, ਪਰ ਇਹਦੇ ਬਾਵਜੂਦ ਵੀ ਉਹ ਇਸ ਗੱਲ ਨੂੰ ਜਿਹੜੀ ਆ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਵੀ ਕਿਸਾਨ ਤਾਂ ਜੀ ਜਿਹੜੇ ਉਹ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਅਸੀਂ ਤਾਂ ਜਿਹੜੀ ਇਹਨਾਂ ਦੇ ਅਮੈਂਡਮੈਂਟ ਕਰਨ ਨੂੰ ਵੀ ਤਿਆਰ ਹਾਂ, ਸੋਧ ਕਰਨ ਨੂੰ ਵੀ ਤਿਆਰ ਹਾਂ, ਇਹਦੇ ਵਿੱਚ ਜੋ ਕਹਿਣਗੇ ਅਸੀਂ ਉਹਨੂੰ ਮੰਨਣ ਨੂੰ ਤਿਆਰ ਹਾਂ, ਪਰ ਕਿਸਾਨ ਤਾਂ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਜੀ। ਉਹ ਆਪਣੀ ਅੜੀ ਦੇ ਉੱਤੇ ਖੜੇ ਹੋਏ ਨੇ। ਕਿਸਾਨਾਂ ਨੇ ਹਾਰ ਕੇ ਹੁਣ ਜਿਹੜਾ ਉਹ ਸਾਰੇ ਪਾਸੇ ਜਿਹੜੇ ਬੀਜੇਪੀ ਆਗੂਆਂ ਦਾ ਵਿਰੋਧ ਕਰਨਾ ਸ਼ੁਰੂ ਕਰਤਾ, ਭਾਵੇਂ ਕਿ ਪਿਛਲੇ ਸਮੇਂ ਦੌਰਾਨ ਵੀ ਕੀਤਾ ਸੀਗਾ, ਪਰ ਹੁਣ ਜਿਹੜਾ ਉਹ ਥੋੜਾ ਜਿਹਾ ਵਿਰੋਧ ਤੇਜ਼ ਕਰਤਾ। ਹਰਿਆਣਾ ਦੇ ਵਿੱਚ ਆਪਾਂ ਦੇਖਿਆ ਜਿਵੇਂ ਹਰਿਆਣਾ ਦੇ ਵਿੱਚ ਹੁੰਦਾ ਰਿਹਾ, ਹਰਿਆਣਾ ਦੇ ਵਿੱਚ ਤੁਸੀਂ ਦੇਖੋ ਜੇਪੀ ਦਲਾਲ ਦਾ ਕੀ ਹਾਲ ਕੀਤਾ, ਉਸ ਤੋਂ ਬਾਅਦ ਮੁੱਖ ਮੰਤਰੀ ਸੰਜੀਵ ਬਾਲੀਆਨ ਉਹਨਾਂ ਦਾ ਕੀ ਹਾਲ ਕੀਤਾ। ਮੁੱਖ ਮੰਤਰੀ ਦਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ ਗਿਆ, ਮੁੱਖ ਮੰਤਰੀ ਜਿਹੜਾ ਸੂਬੇ ਦਾ ਮਾਲਕ ਹੈ ਉੱਥੇ ਉਹਦਾ ਹੈਲੀਕਾਪਟਰ ਜਿਹੜਾ ਉੱਥੇ ਉਤਰਨ ਨਹੀਂ ਦਿੱਤਾ ਗਿਆ, ਸਟੇਜ ਤੋੜ ਦਿੱਤੀ ਗਈ, ਹੈਲੀਪੈਡ ਪੱਟ ਦਿੱਤਾ ਗਿਆ। ਤੇ ਇਹ ਤਾਂ ਫਿਰ ਹਾਲੇ ਵਿਚਾਰੇ ਵਿਧਾਇਕ ਨੇ, ਉੱਥੇ ਤਾਂ ਸਰਕਾਰ ਆ ਉਹਨਾਂ ਦੀ ਪੂਰੀ ਬੀਜੇਪੀ ਦੀ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ, ਦਿੱਲੀ ਨੇੜੇ ਆ ਉੱਥੇ, ਕੇਂਦਰ ਸਾਰਾ ਉਹਨਾਂ ਦੇ ਨਾਲ ਖੜਾ ਹੋਇਆ ਉੱਥੇ, ਹੈ ਨਾ। ਕੇਂਦਰ ਸਰਕਾਰ ਇੱਕ ਕੇਂਦਰ ਦੀ ਜਿਹੜੀ ਆ ਏਜੰਸੀਆਂ ਦੇ ਰਾਹੀਂ ਹੀ ਜਿਹੜੇ ਦੇਖੋ ਜੀ ਉਹ ਕਿਸੇ ਵੀ ਸੂਬੇ ਦੇ ਵਿੱਚ ਜਾ ਕੇ ਜਿਹੜਾ ਉਹ ਕਾਰਵਾਈ ਪਾ ਦਿੰਦੇ ਨੇ। ਉੱਥੇ ਤਾਂ ਕੇਂਦਰ ਦੀਆਂ ਏਜੰਸੀਆਂ ਉਹਨਾਂ ਕੋਲੇ ਨੇ ਤੇ ਉਹਨਾਂ ਦੇ ਸੂਬੇ ਦੀ ਏਜੰਸੀਆਂ ਵੀ ਉਹਨਾਂ ਕੋਲੇ ਆ। ਦਿੱਲੀ ਦੇ ਜਿਹੜੇ ਪੁਲਿਸ ਦਿੱਲੀ ਪੁਲਿਸ ਵੀ ਸਾਰੀ ਉਹਨਾਂ ਦੇ ਕੋਲੇ ਆ। ਹਰ ਚੀਜ਼ ਉਹਨਾਂ ਦੇ ਕੋਲ ਹੋਣ ਦੇ ਬਾਵਜੂਦ ਵੀ ਕਿਸਾਨਾਂ ਨੇ ਉੱਥੇ ਦੇਖ ਲਓ ਕੀ ਹਾਲ ਕਰ ਰੱਖਿਆ ਜੀ। ਇਹ ਤਾਂ ਵਿਚਾਰੇ ਹਲੇ ਸੂਬੇ ਦੀ ਪੁਲਿਸ ਵੀ ਜਿਹੜੀ ਇਹਨਾਂ ਦੀ ਨਹੀਂ ਹੈਗੀ, ਤੇ ਇਹ ਸੂਬੇ ਦੇ ਵਿੱਚ ਇਹਨਾਂ ਦੀ ਹੋਂਦ ਵੀ ਜਿਹੜੀ ਕਿੰਨੀ ਕੁ ਹੈਗੀ ਆ ਸਾਰਿਆਂ ਨੂੰ ਪਤਾ ਹੈਗੀ। ਤੇ ਇਹਦੇ ਬਾਵਜੂਦ ਵੀ ਇੱਥੇ ਜਿਹੜੇ ਉਹ ਕਾਰਵਾਈਆਂ ਜਿਹੜੀਆਂ ਇੱਦਾਂ ਦੀਆਂ ਚੱਲ ਰਹੀਆਂ ਨੇ ਕਿ ਜਿਹੜੇ ਕਿਸਾਨਾਂ ਦੇ ਵਿਰੋਧੀ ਲੱਗਦੀਆਂ ਨੇ। ਜੇ ਤੁਸੀਂ ਇਹਨਾਂ ਨੂੰ ਦੇਖ ਲਓ, ਜਿਹੜੇ ਹਰਜੀਤ ਗਰੇਵਾਲ ਹੋਣੀ ਜਿਹੜੇ ਇਹਨਾਂ ਨੂੰ ਵੱਖਵਾਦੀ ਕਹਿ ਰਹੇ ਨੇ, ਇਹਨਾਂ ਨੂੰ ਕੀ ਬੋਲ ਜਾਂਦੇ ਨੇ। ਤੇ ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਨੇ ਉਹ ਕੇਂਦਰ ਸਰਕਾਰ ਨੂੰ ਖੁਸ਼ ਕਰਨੀ, ਉਹਨਾਂ ਨੂੰ ਪਤਾ ਹੈ ਸਾਰਾ ਕੁਝ ਵੀ ਸੂਬੇ ਦੇ ਕਿਸਾਨਾਂ ਦੇ ਨਾਲ ਕੀ ਕੁਝ ਹੋ ਰਿਹਾ ਹੈ। ਸੂਬੇ ਦੇ ਕਿਸਾਨ ਜਿਹੜੇ ਨੇ ਉਹ ਕਿੰਨੇ ਕੁ ਤੰਗ ਨੇ, ਜ਼ਮੀਨਾਂ ਬਚਾਉਣ ਲਈ ਉਹ ਕਿੰਨੇ ਕਿਸਾਨਾਂ ਦੀ ਜਿਹੜੀ ਉੱਥੇ ਸ਼ਹਾਦਤ ਹੋ ਗਈ ਹੈ, ਕਿੰਨੇ ਕਿਸਾਨ ਜਿਹੜੇ ਨੇ ਉਹ ਬਰਬਾਦ ਹੋਣ ਦੇ ਕੰਢੇ ਆਏ ਹੋਏ ਨੇ, ਸਾਰੇ ਘਰ-ਬਾਰ ਛੱਡ ਕੇ ਉੱਥੇ ਬੈਠੇ ਨੇ, ਔਰਤਾਂ ਬੱਚੇ ਬੁੱਢੇ ਜਵਾਨ ਸਾਰੇ ਬੰਦੇ ਉੱਥੇ ਬੈਠੇ ਨੇ, ਪਰਿਵਾਰਾਂ ਦੇ ਪਰਿਵਾਰ ਘਰ-ਬਾਰ ਤਾਂ ਉਹ ਛੱਡੀ ਬੈਠੇ ਨੇ ਜੀ। ਤੇ ਇਸ ਦੇ ਬਾਵਜੂਦ ਵੀ ਜਿਹੜੀ ਬੀਜੇਪੀ ਦੀ ਜਿਹੜੀ ਪੰਜਾਬ ਜਿਹੜੀ ਲੀਡਰਸ਼ਿਪ ਹੈ ਉਹ ਕੇਂਦਰ ਦਾ ਪੱਖ ਪੂਰ ਰਹੀ ਹੈ ਆਪਣੀ, ਪਤਾ ਹੋਣ ਦੇ ਬਾਵਜੂਦ, ਪੰਜਾਬੀ ਹੋਣ ਦੇ ਬਾਵਜੂਦ ਵੀ ਪੰਜਾਬੀਆਂ ਦਾ ਦਰਦ ਉਹਨਾਂ ਨੂੰ ਸਮਝ ਨਹੀਂ ਆ ਰਿਹਾ। ਤੇ ਫਿਰ ਜਿਹੜੇ ਕਿਸਾਨ ਨੇ ਉਹਨਾਂ ਦਾ ਵਿਰੋਧ ਕਰਨਾ ਜਿਹੜਾ ਸੀ ਉਹ ਕਿਤੇ ਨਾ ਕਿਤੇ ਜਿਹੜਾ ਸੀਗਾ ਉਹ ਦਿਖਦਾ ਸੀਗਾ, ਭਾਵੇਂ ਕਿ ਕੁੱਟਮਾਰ ਕਰਨੀ ਜਾਂ ਕਿਸੇ ਦੇ ਨਾਲ ਜਿਹੜਾ ਧੱਕੇਸ਼ਾਹੀ ਕਰਨੀ ਜਿਹੜੀ ਹੈ ਇਹ ਕਿਸੇ ਵੀ ਕਾਨੂੰਨ ਦੇ ਵਿੱਚ ਅਨੁਸਾਰ ਜਿਹੜੀ ਸਹੀ ਨਹੀਂ ਹੈਗੀ। ਇਹ ਜਾਂਚ ਦਾ ਵਿਸ਼ਾ ਹੈ ਕਿ ਵਾਕਈ ਹੀ ਉਹ ਕੰਮ ਜਿਹੜਾ ਉੱਥੇ ਕੁੱਟਮਾਰ ਕੀਤੀ ਗਈ ਜਾਂ ਉਹਨੂੰ ਨੰਗਾ ਕੀਤਾ ਗਿਆ, ਜਿਹੜਾ ਉਹਨਾਂ ਦੀ ਗੱਡੀ ਤੇ ਕਾਲਖ ਲਾਈ ਗਈ, ਕੀ ਉਹ ਵਾਕਈ ਹੀ ਕਿਸਾਨ ਸੀਗੇ ਜਾਂ ਫਿਰ ਕੋਈ ਗੁੰਡਾ ਅਨਸਰ ਸੀ। ਇਹਦੇ ਨਾਲ ਇੱਕ ਹੋਰ ਗੱਲ ਵੀ ਐਡ ਕਰ ਦਿਓ, ਹੁਣ ਜਦੋਂ ਇੱਕ ਪ੍ਰਾਈਵੇਟ ਚੈਨਲ ਨੂੰ ਆਪਣੀ ਇੰਟਰਵਿਊ ਦਿੱਤੀ ਹੈ ਨਾਰੰਗ ਸਾਹਿਬ ਨੇ ਇਸ ਘਟਨਾ ਤੋਂ ਬਾਅਦ, ਉਹਨਾਂ ਨੇ ਵਿੱਚ ਇਹਦੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਚਾਹੁੰਦੇ ਹਾਂ ਟੇਬਲ ਟਾਕ ਹੋਵੇ। ਪਰ ਜੇ ਦੇਖਿਆ ਜਾਵੇ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ, ਟੇਬਲ ਟਾਕ ਤਾਂ ਹੁਣ ਦਿਖ ਨਹੀਂ ਰਹੀ ਕਿਤੇ। ਇਹ ਤਾਂ ਉਹੀ ਹਿਸਾਬ ਹੈ ਕਿ ਸਰਕਾਰੀ ਦਫ਼ਤਰ ਵਾਲਾ ਕੰਮ ਹੈ ਕਿ ਬਾਬੂ ਜੀ ਤਾਲਾ ਲਾ ਕੇ ਚਲੇ ਗਏ, ਰੋਟੀ ਖਾਣ ਗਏ ਨੇ, ਕਦੋਂ ਆਣਗੇ ਜੀ, ਜਦੋਂ ਆਣਗੇ ਉਦੋਂ ਆਣਗੇ। ਇਹ ਤਾਂ ਉਹੀ ਹਿਸਾਬ ਹੋ ਗਿਆ ਨਾ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਤਨਾਲਾ ਉੱਥੇ ਦਾ ਉੱਥੇ ਜੀ। ਹੁਕਮ ਮੋੜਨਾ ਨਹੀਂ, ਡੱਕਾ ਤੋੜਨਾ ਨਹੀਂ। ਗੱਲ ਤਾਂ ਉਹ ਹੈ ਕਿ ਇਹਨਾਂ ਨੇ ਮੈਂ ਤੁਹਾਡੇ ਨਾਲ ਆ ਜੀ, ਤੇ ਮੈਂ ਤੁਹਾਡੇ ਨਾਲ ਆ, ਪਰ ਮੈਂ ਤੁਹਾਡਾ ਕੰਮ ਨਹੀਂ ਕਰਨਾ। ਮੂੰਹ ਨਾਲ ਆ ਮੈਂ ਤੁਹਾਡੇ ਕਿਹੜਾ ਮੈਂ ਕਿਹੜਾ ਤੁਹਾਡੇ ਤੋਂ ਬਾਹਰ ਆ ਜੀ, ਕੰਮ ਨਹੀਂ ਤੁਹਾਡਾ ਕਰਨਾ। ਕੰਮ ਦੇਖੋ ਜੀ ਸਾਡੀ ਮਜਬੂਰੀ ਹੈ। ਤੇ ਉਹ ਜਦੋਂ ਇਸ ਤਰ੍ਹਾਂ ਦੇ ਨਾਲ ਹੋਣਗੇ ਤਾਂ ਫਿਰ ਇਸ ਤਰ੍ਹਾਂ ਦੇ ਵਿਰੋਧ ਜਿਹੜੇ ਨੇ ਉਹ ਝੱਲਣੇ ਪੈਣਗੇ, ਚਾਹੇ ਤੁਸੀਂ ਉਹਨਾਂ ਨੂੰ ਪਿਛਲੇ ਸਮੇਂ ਦੇ ਦੌਰਾਨ ਜਿੰਨੇ ਇਹ ਤਾਂ ਹਲੇ ਵਿਧਾਇਕ ਨੇ, ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਉੱਤੇ ਵੀ ਜਿਹੜਾ ਸੀਗਾ ਉਹ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਕੀ ਹਾਲ ਉਹਨਾਂ ਦਾ ਹੋਇਆ। ਇਸ ਤੋਂ ਇਲਾਵਾ ਵੱਡੇ ਵੱਡੇ ਜਿਹੜੇ ਆਗੂ ਜਿੰਨੇ ਵੀ ਬੀਜੇਪੀ ਦੇ ਨੇ ਪੰਜਾਬ ਦੇ, ਉਹ ਸਾਰਿਆਂ ਦਾ ਕੀ ਹਾਲ ਹੋਇਆ ਇਹ ਸਾਰਿਆਂ ਨੂੰ ਪਤਾ ਹੈ। ਪੰਜਾਬ ਦੇ ਵਿੱਚੋਂ ਬੀਜੇਪੀ ਪੰਜਾਬ ਤੇ ਹਰਿਆਣਾ ਦੇ ਵਿੱਚੋਂ ਇਸ ਵੇਲੇ ਜਿਹੜੀ ਆ ਉਹ ਹਾਸ਼ੀਏ 'ਤੇ ਚਲੀ ਗਈ ਹੈ। ਤੇ ਜਿਹੜੇ ਇਹ ਆਗੂ ਨੇ ਇਹਨਾਂ ਦੀ ਮਜਬੂਰੀ ਹੈ ਕਿ ਉਹ ਕੇਂਦਰ ਦਾ ਪੱਖ ਪੂਰਨ, ਨਹੀਂ ਤਾਂ ਇਹ ਸਾਰਿਆਂ ਨੂੰ ਵਿੱਚੋਂ ਪਤਾ ਵਿੱਚੋਂ ਦੀ ਕਿ ਇਹ ਕਿਸਾਨਾਂ ਨੇ ਇਸ ਤੋਂ ਘੱਟ ਮੰਨਣਾ ਨਹੀਂ ਹੈਗਾ, ਕਿਉਂਕਿ ਕਿਸਾਨਾਂ ਨੇ ਆਪਣੀ ਹੋਂਦ, ਜ਼ਮੀਨ ਉਹ ਕਿਸਾਨ ਦੀ ਹੋਂਦ ਹੈ। ਵੱਟ ਪਿੱਛੇ ਜਿਹੜਾ ਕਿਸਾਨ ਕਿਸੇ ਦਾ ਕਤਲ ਕਰ ਸਕਦਾ, ਆਪਣੇ ਭਰਾਵਾਂ ਦੇ ਵਿੱਚ ਉਹਨਾਂ ਦੇ ਕਤਲ ਹੋ ਜਾਂਦੇ ਨੇ, ਤਾਂ ਫਿਰ ਉਹ ਜਦੋਂ ਜ਼ਮੀਨ ਜਿਹੜੀ ਹੈ ਜੇ ਕੋ ਜਾਣ ਲੱਗੇਗੀ ਪੂਰੀ ਦੀ ਪੂਰੀ, ਤਾਂ ਫਿਰ ਤਾਂ ਉਹ ਮਾਰਨ ਤੇ ਉਤਰਨ ਗਈ। ਨਿੰਦਣਯੋਗ ਹੈ ਜੇਕਰ ਹਮਲਾ ਕਿਸੇ ਦੇ ਉੱਤੇ ਹੋਇਆ, ਪਰ
ਕਿਸਾਨਾਂ ਦਾ ਪੱਖ ਵੀ ਆਪਾਂ ਨੂੰ ਦੇਖਣਾ ਪਏਗਾ ਤੇ ਨਾਲ ਇਹ ਵੀ ਦੇਖਣਾ ਪਏਗਾ ਕਿ ਜਿਹੜਾ ਇਹ ਹਮਲਾ ਹੋਇਆ ਕਿ ਉਹ ਵਾਕਈ ਹੀ ਕਿਸਾਨਾਂ ਨੇ ਕੀਤਾ ਜਾਂ ਕੋਈ ਹੋਰ ਗੁੰਡਾ ਅਨਸਰ ਸੀ। ਇਹਦੇ ਵਿੱਚ ਆਪਾਂ ਇੱਕ ਗੱਲ ਹੋਰ ਵੀ ਦੇਖ ਲਈਏ ਕਿ ਜੇਕਰ ਗੱਲ ਕਰਦੇ ਹਾਂ ਆਪਾਂ, ਤੁਸੀਂ ਗੱਲ ਕਰੀਏ ਹਰਜੀਤ ਗਰੇਵਾਲ ਉਹਨਾਂ ਦੀ, ਹੁਣ ਕਿਸਾਨੀ ਅੰਦੋਲਨ ਤੋਂ ਪਹਿਲਾਂ ਹਰਜੀਤ ਗਰੇਵਾਲ ਨੂੰ ਕੋਈ ਨਹੀਂ ਜਾਣਦਾ ਸੀ, ਆਪਾਂ ਵੀ ਸ਼ਾਇਦ ਹੀ ਨਾਮ ਸੁਣਿਆ ਹੋਵੇ। ਬੀਜੇਪੀ ਦੇ ਕਾਰਕੁਨ ਨੇ, ਨੇਤਾ ਨੇ, ਠੀਕ ਹੈ, ਵਧੀਆ ਗੱਲ ਹੈ। ਉਹ ਇਸ ਤੋਂ ਪਹਿਲਾਂ ਬੀਜੇਪੀ ਦੀ ਕੋਈ ਖਾਸ ਹੋਂਦ ਪੰਜਾਬ ਦੇ ਵਿੱਚ ਹੈ ਵੀ ਨਹੀਂ ਸੀ। ਜਦੋਂ ਗੱਲ ਹੁੰਦੀ ਸੀ ਪੋਲਰਾਈਜੇਸ਼ਨ ਦੀ, ਗੱਲ ਹੁੰਦੀ ਸੀਗੀ ਡਰਟੀ ਪੋਲੀਟਿਕਸ ਦੀ, ਕਾਂਗਰਸ ਬੀਜੇਪੀ ਤੋਂ ਪੰਜਾਬ ਥੋੜਾ ਦੂਰ ਸੀ। ਕਾਂਗਰਸ ਤੇ ਅਕਾਲੀ ਦਲ ਦੇ ਵਿੱਚ ਹੀ ਇੱਕ ਜਿਹੜਾ ਵੱਡਾ ਟਾਕਰਾ ਦੇਖਣ ਨੂੰ ਮਿਲਦਾ ਸੀਗਾ। ਹੁਣ ਕੀ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਕਿਸਾਨ ਅੰਦੋਲਨ ਉਹਨਾਂ ਨੇ ਕਿਤੇ ਨਾ ਕਿਤੇ, ਚਾਹੇ ਦਵੇ ਪੈਰੀ, ਪਰ ਬੀਜੇਪੀ ਨੂੰ ਥੋੜੀਆਂ ਜੜ੍ਹਾਂ ਤਾਂ ਪੰਜਾਬ ਦੇ ਵਿੱਚ ਦਿੱਤੀਆਂ ਨੇ। ਦੇਖੋ, ਜਿਹੜੇ ਲੋਕ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸੱਜੇ ਪੱਖੀ ਸੋਚ ਰੱਖਦੇ ਸੀ, ਬੀਜੇਪੀ ਆਰਐਸਐਸ ਦੀ ਸੋਚ ਰੱਖਦੇ ਸੀ, ਹੁਣ ਉਹਨਾਂ ਨੂੰ ਇੱਕ ਚਿਹਰਾ ਮਿਲ ਗਿਆ ਹਰਜੀਤ ਗਰੇਵਾਲ ਜਾਂ ਨਾਰੰਗ ਸਾਹਿਬ ਦੇ ਰੂਪ ਦੇ ਵਿੱਚ ਕਿ ਹੁਣ ਉਹ ਬੀਜੇਪੀ ਦੇ ਇਹਨਾਂ ਦੇ ਨਾਲ ਲੱਗ ਕੇ ਹੁਣ ਉਹ ਕਹਿਣ ਜੋਗੇ ਨੇ ਕਿ ਹਾਂ ਹੁਣ ਇਕੱਲਾ ਮੋਦੀ ਨਹੀਂ ਹੋਊਗਾ, ਹੁਣ ਨਾਲ ਇਹਦੇ ਵਿੱਚ ਪੰਜਾਬ ਦੇ ਵੀ ਉਹਨਾਂ ਦੇ ਪ੍ਰਤੀਨਿਧੀ ਸਾਹਮਣੇ ਆਉਂਦੇ ਨੇ। ਦੇਖੋ, ਇਤਿਹਾਸ ਦੇ ਵਿੱਚ ਜੇਕਰ ਆਪਾਂ ਦੇਖਿਆ ਜਾਵੇ ਤਾਂ ਜਿੰਨੇ ਵੀ ਯੁੱਧ ਹੋਏ ਨੇ, ਆਪਾਂ ਧਰਮ ਦੇ ਗ੍ਰੰਥਾਂ ਦੇ ਅਨੁਸਾਰ ਦੇਖਿਆ ਜਾਵੇ ਤਾਂ ਰਾਵਣ ਦਾ ਜਿਹੜਾ ਯੁੱਧ ਹੋਇਆ, ਰਾਮ ਨੂੰ ਲੋਕਾਂ ਨੇ ਭਗਵਾਨ ਦਾ ਦਰਜਾ ਦਿੱਤਾ ਹੋਇਆ, ਰੱਬ ਮੰਨਿਆ ਜਾਂਦਾ ਰਾਮ ਨੂੰ, ਤੇ ਰਾਵਣ ਨੂੰ ਜਿਹੜਾ ਉਹ ਰਾਖਸ਼ੀ ਰੂਪ ਦੇ ਵਿੱਚ ਦੇਖਿਆ ਜਾਵੇ ਜੀ। ਤੇ ਇਹ ਨਹੀਂ ਹੈਗਾ ਕਿ ਫਿਰ ਲੋਕੀ ਜਿਹੜੇ ਰਾਵਣ ਦੀ ਪੂਜਾ ਕਰਨ ਲੱਗ ਪਏ ਨੇ। ਰਾਵਣ ਦਾ ਸਥਾਨ ਤਾਂ ਉਹੀ ਰਿਹਾ, ਲੇਕਿਨ ਉਹਨੂੰ ਜਿਹੜਾ ਹਰ ਸਾਲ ਜਿਹੜਾ ਉਹਨਾਂ ਦੇ ਪੁਤਲੇ ਸਾੜੇ ਜਾਂਦੇ ਨੇ ਤੇ ਹਰ ਸਾਲ ਉਹਨਾਂ ਨੂੰ ਨਫ਼ਰਤ ਕੀਤੀ ਜਾਂਦੀ ਹੈ। ਇਹ ਆਪਾਂ ਇਹ ਨਹੀਂ ਦੇਖ ਸਕਦੇ ਵੀ ਨਾਮ ਹੋ ਗਿਆ ਤੇ ਉਹਦੇ ਨਾਲ ਜਿਹੜਾ ਉਹ ਬੜਾ ਕੁਛ ਆਪਾਂ ਨੂੰ ਉਹਨਾਂ ਨੇ ਕੁਝ ਖੱਟ ਲਿਆ। ਨਾਮ ਹੋਣ ਨਾਲ ਕੁਛ ਨਹੀਂ ਹੋਏਗਾ। ਕੰਮ ਜਿਹੜੇ ਨੇ ਉਹ ਲੋਕ ਪੱਖੀ ਕਿੰਨੇ ਕੀਤੇ ਨੇ ਉਹਨਾਂ ਨੂੰ ਵੇਖਿਆ ਜਾਏਗਾ। ਵੋਟਾਂ ਜਿਹੜੀਆਂ ਨੇ ਉਹ ਲੋਕ ਪੱਖੀ ਕੰਮਾਂ ਦੇ ਆਧਾਰ ਤੇ ਪੈਣਗੀਆਂ, ਨਾ ਕਿ ਜਿਹੜੇ ਉਹ ਨਾਮ ਹੋਣ ਦੇ ਨਾਲ ਪੈ ਜਾਣਗੇ। ਹਰਜੀਤ ਗਰੇਵਾਲ ਦੀ ਤੁਸੀਂ ਗੱਲ ਕੀਤੀ ਹੈ, ਅਰੁਣ ਨਾਰੰਗ ਹੋਣਾ ਦੀ ਕੋਈ ਗੱਲ ਕੀਤੀ ਹੈ, ਜਾਂ ਬੀਜੇਪੀ ਦੇ ਜਿੰਨੇ ਵੀ ਲੋਕ ਨੇ, ਤੁਸੀਂ ਇਹਨਾਂ ਨੂੰ ਦੇਖੋ ਕਿ ਇੱਕ ਤੁਸੀਂ ਅੱਖਰ ਲਿਖ ਕੇ ਪਾ ਦਿਓ ਬੀਜੇਪੀ ਦੇ ਕਿਸੇ ਵੀ ਆਗੂ ਦੇ ਨਾਂ ਲੈ ਕੇ ਕਿ ਮੈਂ ਦੇਸ਼ ਛੱਡ ਕੇ ਚਲਾ ਜਾਵਾਂ, ਬੰਦੇ ਦੀ ਫੋਟੋ ਲਾ ਕੇ ਉਹਦੇ ਤੇ ਲਿਖ ਕੇ ਲਾ ਦਿਓ ਤੇ ਤੁਹਾਨੂੰ ਲੱਖਾਂ ਕਮੈਂਟ ਉਹਦੇ ਤੇ ਆ ਜਾਣਗੇ ਕਿ ਜਲਦੀ ਕਰ ਜਾ। ਇੱਥੋਂ ਪਤਾ ਲੱਗਦਾ ਕਿ ਲੋਕੀ ਜਿਹੜੇ ਨੇ ਉਹ ਕਿੰਨੇ ਜਿਹੜੇ ਨੇ ਉਹ ਇਸ ਚੀਜ਼ ਦੇ ਵਿਰੋਧ 'ਚ ਆਏ ਹੋਏ ਨੇ। ਪਰ ਕੁਲਵੰਤ ਜੀ, ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਦੀਆਂ ਨੇ ਨਾ। ਜੇ ਆਪਾਂ ਗੱਲ ਕਰੀਏ ਹੁਣ ਜ਼ਮੀਨੀ ਸੱਚਾਈ ਦੀ, ਜ਼ਮੀਨੀ ਸੱਚਾਈ ਤਾਂ ਇਹੀ ਹੈ ਕਿ ਬੰਗਾਲ ਦੇ ਵਿੱਚ ਚੋਣਾਂ ਨੇ, ਬੰਗਾਲ ਦੇ ਵਿੱਚ ਬੀਜੇਪੀ ਆਪਣੇ ਪੈਰ ਜਮਾ ਰਹੀ ਹੈ ਕਿ ਇੱਕ ਥਾਂ ਦੇ ਉੱਪਰ ਪੰਜਾਬ ਵਾਲਾ ਹਾਲ ਸੀਗਾ ਕਿ ਬੀਜੇਪੀ ਕਿਤੇ ਦੇਖਣ ਨੂੰ ਨਹੀਂ ਮਿਲਦੀ ਸੀਗੀ। ਹੁਣ ਸਾਰਾ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਕਿ ਪੰਜਾਬ ਇਲੈਕਸ਼ਨ ਜਿੱਤ ਜਾਣ ਕਿਸੇ ਨਾ ਕਿਸੇ ਤਰ੍ਹਾਂ। ਸਭ ਨੂੰ ਪਤਾ ਵੀ ਇੰਨੀ ਛੇਤੀ ਬੀਜੇਪੀ ਕੋਲੇ ਨਾ ਤਾਂ ਉਹ ਇਨਫਰਾਸਟ੍ਰਕਚਰ ਆ ਕਿ ਉਹ ਬੰਗਾਲ ਦੇ ਜਿਹੜੇ ਚੁਣਾਵ ਨੇ ਉਹ ਜਿੱਤ ਪਾਉਣ, ਪਰ ਉਹ ਬਹੁਤ ਭਾਰੀ ਸੱਟ ਲੈਫਟ ਨੂੰ ਮਾਰ ਦੇਣਗੇ ਉੱਥੇ। ਜੇਕਰ ਗੱਲ ਕਰੀਏ ਪੂਰੇ ਦੇਸ਼ ਦੀ, ਹੁਣ ਲੋਕਾਂ ਨੇ, ਮੈਂ ਬਹੁਤ ਥਾਂ 'ਤੇ ਤੁਸੀਂ ਵੀ ਸਟਿੱਕਰ ਪੜ੍ਹੇ ਹੋਣੇ ਕਿ 200 ਰੁਪਏ ਪੈਟਰੋਲ ਪਵਾ ਲਾਂਗੇ, ਵੋਟ ਮੋਦੀ ਨੂੰ ਪਾਵਾਂਗੇ। ਜਦੋਂ ਤੱਕ ਇਹੋ ਜਿਹੀ ਮਾਨਸਿਕਤਾ ਲੋਕਾਂ ਦੇ ਵਿੱਚ ਰਹੇਗੀ, ਜਦੋਂ ਤੱਕ ਰਾਮ ਰਹੀਮ ਜਾਂ ਰਾਮ ਅੱਲਾ ਦੇ ਨਾਂ ਦੇ ਉੱਪਰ ਲੋਕ ਲੜਦੇ ਰਹਿਣਗੇ, ਉਦੋਂ ਤੱਕ ਵੋਟਾਂ ਦਾ, ਡੈਮੋਕ੍ਰੇਸੀ ਦਾ ਬਚੇਗਾ ਕੀ? ਹੁਣ ਰਾਹੁਲ ਗਾਂਧੀ ਉਹਨਾਂ ਨੇ ਅੱਜ ਟਵੀਟ ਕੀਤਾ ਕਿ ਡੈਮੋਕ੍ਰੇਸੀ ਰਹੀ ਨਹੀਂ। ਜਿਹੜਾ ਉਹਨਾਂ ਨੇ ਤਾਂ ਮਤਲਬ ਇਹ ਕਹਿਣ ਤੋਂ ਵੀ ਮਨਾ ਕਰਤਾ, ਕਹਿੰਦੇ ਹੁਣ ਆਰਐਸਐਸ ਹੈ ਜਿਹੜਾ ਉਹ ਸੰਘ ਪਰਿਵਾਰ ਨਹੀਂ ਹੈਗਾ। ਕਿਉਂਕਿ ਇਹਦੇ ਵਿੱਚ ਔਰਤਾਂ ਤੇ ਬਜ਼ੁਰਗਾਂ ਨੂੰ ਜਿਹੜੀ ਇੱਜ਼ਤ ਨਹੀਂ ਦਿੱਤੀ ਜਾਂਦੀ। ਰਾਹੁਲ ਗਾਂਧੀ ਦਾ ਬਿਆਨ ਹੈ। ਹੁਣ ਇਹਦੇ ਵਿੱਚ ਜੇ ਹੁਣ ਰਾਹੁਲ ਗਾਂਧੀ ਤਾਂ ਕਹਿੰਦੇ ਵੀ ਡੈਮੋਕ੍ਰੇਸੀ ਹੈ ਨਹੀਂ, ਉਹਨਾਂ ਨੇ ਬਾਹਰ ਜਾ ਕੇ ਵੀ ਇੱਕ ਕਾਲਜ ਦੇ ਵਿੱਚ ਆਪਣੀ ਗੱਲ ਚਰਚਾ ਕਰਦੇ ਵੀ ਇਹੀ ਗੱਲ ਦਾ ਉਹਨਾਂ ਨੇ ਬਿਆਨ ਦਿੱਤਾ ਸੀਗਾ। ਜੇ ਡੈਮੋਕ੍ਰੇਸੀ ਨਹੀਂ ਹੈ, ਜੇ ਈਵੀਐਮ ਦੇ ਉੱਪਰ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਨੇ, ਤਾਂ ਇਹਦਾ ਹੁਣ ਹੱਲ ਕੀ ਆ? ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਫੇਰ ਬਦਲ ਹੋਏਗਾ ਆਉਣ ਵਾਲੀਆਂ ਵੋਟਾਂ ਦੇ ਵਿੱਚ, ਯੂਪੀ ਦੀਆਂ ਹੋਣ ਜਾਂ ਕੇਂਦਰ ਦੀਆਂ ਹੋਣ? ਦੇਖੋ, ਇਹ ਤਾਂ ਹੁਣ ਜਨਤਾ ਨੂੰ ਸਮਝਣਾ ਪੈਣਾ ਕਿ ਕਿਸ ਤਰੀਕੇ ਦੇ ਨਾਲ ਸਾਡੇ ਨਾਲ ਕੀ ਸਾਡੇ ਲਈ ਚੰਗਾ ਹੈ ਤੇ ਕੀ ਬੁਰਾ ਹੈ ਜੀ। ਜਦੋਂ ਤੱਕ ਆਪਾਂ ਇਸ ਮਾਨਸਿਕਤਾ ਦੇ ਨਾਲ ਚੱਲ ਰਹਾਂਗੇ ਕਿ ਸਾਡੇ ਲਈ ਧਰਮ ਹੀ ਸਭ ਕੁਝ ਆ, ਉਦੋਂ ਤੱਕ ਧਰਮ ਦੇ ਨਾਮ ਦੇ ਉੱਤੇ ਅੱਜ ਤੱਕ ਜਿਹੜਾ ਬਹੁਤ ਵੱਡੇ ਜਿਹੜੇ ਕਾਂਡ ਹੋਏ ਨੇ, ਧਰਮ ਦੇ ਨਾਮ ਦੇ ਉੱਤੇ ਜਿਹੜੇ ਆਪਾਂ ਆਪਣੇ ਜਿਹੜੇ ਧਰਮ ਇਤਿਹਾਸ ਜਿਹੜੇ ਗਵਾਹ ਨੇ ਕਿ ਕਿੰਨਾ ਕੁਛ ਹੋਇਆ ਤੇ ਕਿੰਨਾ ਕੁਛ ਜਿਹੜਾ ਅੱਗੇ ਜਿਹੜਾ ਹੁੰਦਾ ਆ ਰਿਹਾ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ 200 ਰੁਪਏ ਪੈਟਰੋਲ ਪਾਵਾਂਗੇ ਲੇਕਿਨ ਵੋਟ ਮੋਦੀ ਨਹੀਂ ਪਾਵਾਂਗੇ, ਇਹ ਸਟਿੱਕਰ ਹੈ ਜੀ। ਇਹ ਤੁਸੀਂ ਆਈਟੀ ਸੈੱਲ ਨੂੰ ਇਹਦੇ ਲਈ ਸ਼ਾਬਾਸ਼ੀ ਦੇ ਸਕਦੇ ਹੋ। ਜਿਹੜੇ ਲੋਕਾਂ ਨੂੰ ਨਹੀਂ ਆਪਾਂ ਕਹਿ ਸਕਦੇ ਵੀ ਲੋਕ ਜਿਹੜੇ ਨੇ ਇਹ ਚੀਜ਼ ਚਾਹੁੰਦੇ ਨੇ ਕਿ ਸਟਿੱਕਰ ਲਾ ਕੇ ਘੁੰਮਣ ਨਾਲ ਜਿਹੜਾ ਜਾਂ ਸਟਿੱਕਰ ਲੱਗ ਜਾਂਦਾ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਤੁਸੀਂ ਇਹ ਦੇਖੋ ਕਿ ਆਮ ਆਦਮੀ ਜਿਹੜਾ ਉਹ 200 ਰੁਪਏ ਪੈਟਰੋਲ ਜਿਹੜਾ ਲੈਣ ਨੂੰ ਤਿਆਰ ਹੈ। ਕਿੰਨੇ ਕੁ ਬੰਦੇ ਆਪਾਂ ਮਾਰਕੀਟ 'ਚ ਨਿਕਲ ਪੈਂਦੇ ਹਾਂ, ਕਿੰਨੇ ਕੁ ਬੰਦੇ ਜਿਹੜੇ ਨੇ ਉਸ ਚੀਜ਼ ਨੂੰ ਦੇਣ ਨੂੰ ਤਿਆਰ ਹੋਣਗੇ ਕਿ 200 ਰੁਪਏ ਦਾ ਤੇਲ ਲੈ ਲਾਂਗੇ, ਵੋਟ ਉਸੇ ਨੂੰ ਪਾਵਾਂਗੇ।
ਮੈਨੂੰ ਨਹੀਂ ਲੱਗਦਾ ਵੀ ਜਿਹੜਾ ਕੋਈ ਇਸ ਤਰ੍ਹਾਂ ਦਾ ਹੈਗਾ। IT ਸੈੱਲ ਵਾਲੇ ਜਿਹੜੇ ਨੇ ਜ਼ਰੂਰ ਸਟicker ਲਾ ਕੇ ਜਿਹੜੇ ਨੇ ਉਹ ਜਿਹੜੇ ਸਰਕਾਰ ਪੱਖੀ ਨੇ, ਕੇਂਦਰ ਸਰਕਾਰ ਪੱਖੀ ਨੇ, ਉਹ ਜ਼ਰੂਰ ਸੀ ਜਿਹੜੇ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਕਰੋੜਾਂ ਰੁਪਏ ਪਏ ਹੋਣਗੇ, ਉਹ ਸਟicker ਲਾ ਕੇ ਘੁੰਮਣਗੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। 200 ਰੁਪਏ ਦਾ ਤੇਲ ਵੀ ਪਵਾ ਲੈਣਗੇ ਤਾਂ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹਨਾਂ ਨੂੰ ਉਸੇ ਸਰਕਾਰ ਤੋਂ ਫਾਇਦੇ ਮਿਲ ਰਹੇ ਨੇ ਜਿਨ੍ਹਾਂ ਦੇ ਕਰਕੇ ਉਹ 200 ਰੁਪਏ ਦੇ ਤੇਲ ਪਵਾਉਣ ਜੋਗੇ ਉਹਨਾਂ ਕੋਲ ਪੈਸੇ ਆਏ ਨੇ। ਉਸੇ ਸਰਕਾਰ, ਉਹੀ ਸਰਕਾਰ ਵੀ ਉਹਨਾਂ ਨੂੰ ਫਾਇਦੇ ਦੇ ਰਹੀ ਹੈ, ਤੇ ਉਹ ਕਿਉਂ ਨਹੀਂ ਸਟicker ਲਾ ਕੇ ਘੁੰਮਣਗੇ? ਉਹ ਤਾਂ 400 ਰੁਪਏ ਦਾ ਤੇਲ ਵੀ ਪਵਾਉਣਗੇ। ਗੱਲ ਤਾਂ ਇਹ ਹੈ ਕਿ ਆਮ ਜਨਤਾ ਜਿਹੜੀ ਆ ਉਹ ਉਹ ਆਮ ਜਨਤਾ 200 ਰੁਪਏ ਦਾ ਤੇਲ ਪਵਾਉਣ ਨੂੰ ਤਿਆਰ ਹੈ ਲੀਟਰ, ਜਾਂ ਫਿਰ ਇਸ ਤੋਂ ਇਲਾਵਾ ਜਿਹੜਾ ਹੈ ਇਹ ਸਿਰਫ ਤੇ ਸਿਰਫ ਜਿਹੜਾ ਹੈ IT ਸੈੱਲ ਵਾਲੇ ਜਿਹੜੇ ਇਹ ਸਾਰਾ ਕੁਝ ਕਰ ਰਹੇ ਨੇ। ਆਪਾਂ ਨੂੰ ਇਹ ਸਮਝਣ ਦੀ ਲੋੜ ਹੈ, ਸਟicker ਜਿਹੜੇ ਨੇ ਜਾਂ IT ਸੈੱਲ ਦੇ ਵਿੱਚ ਚੱਕਰਾਂ ਦੇ ਵਿੱਚ ਆਪਾਂ ਪਵਾਂਗੇ ਤਾਂ ਉਹਦੇ ਨਾਲ ਆਪਣਾ ਨੁਕਸਾਨ ਹੋਏਗਾ। ਪਿਛਲੇ ਸਮੇਂ ਦੇ ਦੌਰਾਨ ਧਰਾਤਲ ਦੇ ਉੱਪਰ ਅਗਰ ਦੇਖਿਆ ਜਾਵੇ ਤਾਂ IT ਸੈੱਲ ਨੇ ਬਹੁਤ ਤਗੜੇ ਪ੍ਰਚਾਰ ਕੀਤੇ ਨੇ। ਸੋਸ਼ਲ ਮੀਡੀਆ ਦੇ ਉੱਤੇ ਬੜੇ ਲੋਕ ਜਿਹੜੇ ਸੀ ਛਾਏ, ਬੜੀ ਤੇਜ਼ੀ ਨਾਲ ਛਾਏ, ਤੇ ਉਨੀ ਹੀ ਤੇਜ਼ੀ ਨਾਲ ਜਿਹੜੇ ਉਹ ਗਾਇਬ ਹੋ ਗਏ। ਜਗਮੀਤ ਬਰਾੜ ਦੀ ਗੱਲ ਕਰ ਰਹੀ ਹੈ, ਉਸ ਤੋਂ ਬਾਅਦ ਸੁਖਪਾਲ ਖਹਿਰਾ ਦੀ ਗੱਲ ਕਰ ਰਹੀ ਹੈ, ਐਗਜ਼ਾਮਪਲ ਹੈ ਜੀ। ਅਰਵਿੰਦ ਕੇਜਰੀਵਾਲ ਕਿੰਨੇ ਵੱਡੇ ਲੈਵਲ ਦੇ ਉੱਤੇ ਛਾਇਆ ਸੀਗਾ ਪੂਰੇ ਹਿੰਦੁਸਤਾਨ ਦੇ ਉੱਤੇ। ਅੱਜ ਉਹ ਸਿਰਫ ਤੇ ਸਿਰਫ ਦਿੱਲੀ ਦੇ ਉੱਤੇ ਜਿਹੜਾ ਸਿਮਟ ਕੇ ਰਹਿ ਗਏ ਨੇ। ਦਿੱਲੀ ਦੇ ਉੱਤੇ ਜਦੋਂ ਸਿਮਟ ਕੇ ਰਹੇ ਨੇ, ਦਿੱਲੀ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਤੇ ਹੁਣ ਫੇਰ ਉਹ ਜਿਹੜੇ ਉਹਨਾਂ ਦਾ ਫਲਾਹ ਹੋਣਾ ਸ਼ੁਰੂ ਹੋਇਆ। ਅੱਜ ਪੰਜਾਬ ਜਿਹੜਾ ਉਹਨਾਂ ਦੀ ਜਿਹੜੇ ਚੰਗੀਆਂ ਕਾਰਗੁਜ਼ਾਰੀਆਂ ਦੀ ਗੱਲ ਕਰਦਾ ਹੈ। ਹਾਂ, ਇੱਕ ਹੁਣ ਪਿੱਛੇ ਸਰਵੇ ਵੀ ਆਇਆ, ਉਹ ਕਹਿੰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵਿਧਾਨ ਸਭਾ ਚੋਣਾਂ ਨੇ ਪੰਜਾਬ 'ਚ ਸਰਕਾਰ ਹੋਣਾ। ਮੈਂ ਇੱਕ ਗੱਲ ਹੋਰ ਹੈ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਵੋਟਾਂ ਪੈ ਜਾਂਦੀਆਂ ਨੇ ਤਾਂ ਬਹੁਤ ਸਾਰੀ ਜਿਹੜੀ ਹੈ ਚੁੱਪ-ਚਪੀਤੀ ਵੋਟ ਜਿਹੜੀ ਆ ਉਹ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਪੈ ਸਕਦੀ ਹੈ, ਕਿਉਂਕਿ ਇਸ ਵੇਲੇ ਜਿਹੜੀ ਹੈ ਲੋਕ ਜਿਹੜੇ ਨੇ ਇਹਨਾਂ ਦੋਨਾਂ ਪਾਰਟੀਆਂ ਦੇ ਉੱਤੋਂ ਬੜੇ ਅੱਕੇ ਹੋਏ ਨੇ ਜੀ। ਕਾਂਗਰਸ ਸਰਕਾਰ ਦੇ ਉੱਤੇ ਜਿਹੜਾ ਇਹ ਵਾਅਦੇ ਪੂਰੇ ਨਾ ਕਰਨ ਦੇ ਜਿਹੜੇ ਦੋਸ਼ ਲੱਗ ਰਹੇ ਨੇ। ਅਕਾਲੀ ਜਿਹੜੇ ਨੇ ਵੈਸੇ ਹੀ ਪਾਟੋ ਧਾੜ ਹੋਏ ਪਏ ਨੇ, ਕੁਛ ਉਹਨਾਂ ਦੇ ਆਪਣੇ ਜਿਹੜੇ ਨੇ ਉਹਨਾਂ ਬਰਗਾੜੀ ਕਾਂਡ ਤੇ ਪਲੱਸ ਕਿਸਾਨਾਂ ਦਾ ਮੁੱਦਾ, ਪਲੱਸ ਹੋਰ ਬੜੇ ਜਿਹੜੇ ਚੀਜ਼ਾਂ। ਅਕਾਲੀ ਦਲ ਦਾ ਜੇ ਆਪਾਂ ਦੇਖੀਏ ਹੁਣ ਪੰਜਾਬ ਦੇ ਵਿੱਚ ਕੋਈ ਖਾਸ ਹੋਂਦ, ਮਤਲਬ ਜਿਹੜੀ ਪਹਿਲਾਂ ਠੁੱਕ ਹੁੰਦੀ ਸੀ ਇੱਕ ਸਰਦਾਰ ਆਪਣੇ ਵੱਡੇ ਬਾਦਲ ਸਾਹਿਬ ਦੇ, ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਟਾਈਮ ਤੇ ਉਹ 5 ਵਾਰ ਜਦੋਂ ਮੁੱਖ ਮੰਤਰੀ ਬਣੇ ਹੈ, ਹੁਣ ਉਹੋ ਜਿਹਾ ਕੁਛ ਉਸ ਤਰ੍ਹਾਂ ਦਾ ਜਿਹੜਾ ਰੁਤਬਾ ਹੈ ਉਹ ਦੇਖਣ ਨੂੰ ਨਹੀਂ ਮਿਲਦਾ। ਹੁਣ ਉਹੀ ਹਰ ਇੱਕ ਦਾ ਦਿਮਾਗ ਦੇ ਵਿੱਚ ਇਹ ਗੱਲ ਤਾਂ ਹੈ ਕਿ ਸਰਕਾਰ ਕਿਹਦੀ ਬਣੇਗੀ। ਉਸ ਤੋਂ ਵੱਡਾ ਸਵਾਲ ਜਿਹੜਾ ਹੈ, ਜੇ ਕਾਂਗਰਸ ਜਾਂ ਆਮ ਆਦਮੀ ਪਾਰਟੀ ਸਰਕਾਰ ਬਣਾ ਵੀ ਲੈਂਦੀ ਹੈ, ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇੱਕ ਮਜ਼ਬੂਤ ਓਪੋਜੀਸ਼ਨ ਪੰਜਾਬ ਦੇ ਵਿੱਚ ਕੌਣ ਬਣੇਗੀ, ਕਿਉਂਕਿ ਕਾਂਗਰਸ ਕਿਤੇ ਨਾ ਕਿਤੇ ਮੈਂ ਦੇਖਦਾ ਕਿ ਕਾਂਗਰਸ ਸ਼ਾਇਦ ਅਗਲੀ ਵਾਰ ਦੀ ਸਰਕਾਰ ਬਣਾ ਜਾਵੇ। ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿੱਚ ਕਿਹਦੇ ਵਿੱਚ ਜ਼ਿਆਦਾ ਟੱਕਰ ਹੋਏਗੀ, ਜਿਹੜੀ ਓਪੋਜੀਸ਼ਨ ਇੱਕ ਸਟਰੋਂਗ ਓਪੋਜੀਸ਼ਨ ਦੀ ਜਿਹੜੀ ਹੈ ਇੱਕ ਮਿਸਾਲ ਦੇ ਪਾਏਗੀ, ਕਿਉਂਕਿ ਜੇ ਕੇਂਦਰ ਦੇ ਵਿੱਚ ਦੇਖੀਏ ਓਪੋਜੀਸ਼ਨ ਗਾਇਬ ਹੈ, ਪੰਜਾਬ ਦੇ ਵਿੱਚ ਦੇਖੀਏ ਤਾਂ ਓਪੋਜੀਸ਼ਨ ਗਾਇਬ ਹੈ। ਦੇਖੋ ਇਸ ਤਰ੍ਹਾਂ ਹੈ ਕਿ ਆਪਾਂ ਹਾਲੇ ਬਹੁਤ ਜਲਦਬਾਜ਼ੀ ਦੀ ਗੱਲ ਕਰ ਰਹੇ ਹਾਂ ਕਿ ਕਾਂਗਰਸ ਪਾਰਟੀ ਜਿਹੜੀ ਆ ਸਰਕਾਰ ਬਣਾਏਗੀ। ਸਰਕਾਰ ਜਿਹੜੀ ਆ ਉਹ ਕਾਂਗਰਸ ਪਾਰਟੀ ਜਿਹੜੀ ਆਪਾਂ ਇੰਨੀ ਜਲਦੀ ਨਹੀਂ ਕਹਿ ਸਕਦੇ ਕੁਝ ਵੀ ਜੀ। ਇਸ ਵੇਲੇ ਜਦੋਂ ਤੱਕ ਕਿਸਾਨੀ ਮੁੱਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਇਹ ਹਾਲੇ ਤੱਕ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਲੱਗਾ ਕਿ ਸਰਕਾਰ ਕਿਹਦੀ ਆਉਣ ਵਾਲੀ ਹੈ ਜੀ। ਕਿਸਾਨੀ ਮੁੱਦੇ ਨੇ ਬਹੁਤ ਲੋਕਾਂ ਨੂੰ ਬਹੁਤ ਕੁਝ ਸਿਖਾਇਆ। ਆਮ ਆਦਮੀ ਜਿਹੜਾ ਸੀਗਾ, ਕਿਸਾਨ ਜਿਹੜਾ ਸੀ, ਮੁੱਢ ਤੇ ਕਹੀ ਚੁੱਕੀ ਖੇਤਾਂ ਦੇ ਵਿੱਚ ਜਿਹੜਾ ਉਹ ਤੁਰਿਆ ਫਿਰਦਾ ਸੀ, ਗਿੱਟੇ ਤੱਕ ਉਹਦੇ ਜਿਹੜੇ ਮਿੱਟੀ ਨਾਲ ਲਿਬੜੇ ਹੁੰਦੇ ਸੀ, ਗੁੱਡਿਆਂ ਤੱਕ, ਉਹ ਕਿਸਾਨ ਅੱਜ ਜਿਹੜੇ ਆ ਕਾਨੂੰਨ ਦੀ ਭਾਸ਼ਾ ਬੋਲ ਰਿਹਾ। ਉਹ ਕਿਸਾਨ ਨੂੰ ਇਹ ਪਤਾ ਕਿ ਮੇਰੇ ਜਿਹੜੇ ਨੇ ਹੱਕ ਕੀ ਨੇ। ਅੱਜ ਇੱਕ ਕਿਸਾਨ ਨੂੰ ਕਾਨੂੰਨ ਦੀਆਂ ਮੱਦਾਂ ਯਾਦ ਕਰਵਾਈਆਂ ਗਈਆਂ ਨੇ। ਇੱਕ ਕਿਸਾਨ ਜਿਹੜਾ ਉਹ ਆਗੂਆਂ ਨੂੰ ਸਵਾਲ ਕਰ ਰਿਹਾ। ਕਦੇ ਪਹਿਲਾਂ ਵੇਖਿਆ ਸੀਗਾ ਕਿ ਇਹ BJP ਆਗੂ ਘੇਰ ਲਏ ਜੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੇ ਬਾਹਰ ਜਿਹੜਾ ਕਿੱਡਾ ਬੜਾ ਧਰਨਾ ਲਾ ਕੇ ਬੈਠੇ ਨੇ। YPS ਚੌਂਕ ਦੇ ਵਿੱਚ ਨੇੜੇ ਤੇੜੇ ਫੜਕਣ ਨਹੀਂ ਦਿੰਦੇ ਹੁੰਦੇ ਸੀਗੇ, ਕਿੱਡਾ ਬੜਾ ਧਰਨਾ ਲੱਗਾ ਹੋਇਆ ਕਿਸਾਨਾਂ ਦਾ ਅੱਜ ਉੱਥੇ। ਜਗ੍ਹਾ ਦੇ ਉੱਤੇ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਨੇ ਵੱਡੇ ਆਗੂ ਜਿਹੜੇ ਘੇਰੇ ਜਾ ਰਹੇ ਨੇ ਜੀ। ਕਿਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਉਹਦੇ ਸਰਕਾਰ ਹੈਗੀ ਆ ਉੱਥੇ ਹਰਿਆਣੇ ਦੇ ਅੰਦਰ, ਮੁੱਖ ਮੰਤਰੀ ਦਾ ਕੀ ਹਾਲ ਹੋ ਰਿਹਾ, ਉੱਥੇ ਮੰਤਰੀਆਂ ਦੇ ਕੀ ਹਾਲ ਹੋ ਰਹੇ ਨੇ, ਦਿੱਲੀ ਦੇ ਵਿੱਚ ਕੀ ਹਾਲ ਕੀਤਾ ਗਿਆ ਹੈ ਨਾ। ਤੋ ਆਪਾਂ ਇਹ ਅੱਜ ਤੱਕ ਹੋਇਆ ਪਹਿਲਾਂ ਜਦੋਂ ਕਿਸਾਨ ਜਾਗਰੂਕ ਹੋਇਆ ਤੇ ਉਹਨਾਂ ਨੇ ਸਵਾਲ ਵੀ ਕਰਨੇ ਸ਼ੁਰੂ ਕੀਤੇ ਨੇ ਤੇ ਉਹਨਾਂ ਨੇ ਜਿਹੜਾ ਉਹ ਇਹਨਾਂ ਨੂੰ ਸਿਆਸਤਦਾਨਾਂ ਨੂੰ ਵਕਤ 'ਚ ਪਾ ਦਿੱਤਾ। ਤੁਸੀਂ ਇੱਕ ਗੱਲ ਦੇਖੋ ਕਿ ਪਿਛਲੇ ਸਮੇਂ ਦੇ ਦੌਰਾਨ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਪੰਜਾਬ ਦੇ ਵਿੱਚ ਕਿਤੇ ਤੁਹਾਨੂੰ ਸਿਆਸਤ ਸਰਗਰਮ ਨਜ਼ਰ ਆਈ ਹੈ? ਸਿਆਸਤ ਕਿਤੇ ਸਰਗਰਮ ਨਹੀਂ ਨਜ਼ਰ ਆਈ। ਜੇਕਰ ਕਿਤੇ ਸਿਆਸਤ ਸਰਗਰਮ ਹੋਣ ਦੀ ਕੋਸ਼ਿਸ਼ ਵੀ ਕੀਤੀ ਹੈ ਨਾ ਤਾਂ ਉਹ ਸਿਰਫ ਤੇ ਸਿਰਫ ਕਿਸਾਨੀ ਦੇ ਆਲੇ ਦੁਆਲੇ ਘੁੰਮਦੀ ਰਹੀ ਹੈ। ਹਰ ਸਿਆਸਤਦਾਨ ਕਹਿੰਦਾ ਮੈਂ ਕਿਸਾਨੀ ਦੇ ਨਾਲ ਹਾਂ, ਮੈਂ ਕਿਸਾਨ ਦੇ ਨਾਲ ਹਾਂ, ਕਿਉਂਕਿ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਇਹ ਕਿਸਾਨਾਂ ਦੀ ਅਸੀਂ ਮਦਦ ਕਰ ਰਹੇ ਹਾਂ। ਉਹਨਾਂ ਨੂੰ ਉਹ ਜਿਹੜੇ ਨੇ ਉਹ ਵੋਟਾਂ ਨਜ਼ਰ ਆਉਂਦੀਆਂ ਨੇ, ਉਹ ਸਾਡੀਆਂ ਵੋਟਾਂ ਨੇ, ਇਹ ਸਾਡੀ ਇਹ ਅਸੀਂ ਖਿੱਚ ਲਈ ਆਪਣੀ ਕਨੀ। ਹਰ ਕੋਈ ਕਹਿੰਦਾ ਕਿਸਾਨ। ਆਪਾਂ ਇਹ ਦੇਖੋ ਕਿ ਕਿਸਾਨ ਕੀ ਕਹਿ ਰਿਹਾ ਹੈ। ਕਿਸਾਨ ਇਹ ਕਹਿ ਰਿਹਾ ਹੈ
ਕਿ ਇਹ ਸਿਆਸਤਦਾਨ ਇੱਕੋ ਥੈਲੀ ਦੇ ਚੱਟੇ ਵੱਟੇ ਨੇ। ਇਹਨਾਂ ਸਾਰਿਆਂ ਨੇ ਪਿਛਲੇ 72 ਸਾਲ 'ਚ ਸਾਨੂੰ ਲੁੱਟਿਆ ਕੁੱਟਿਆ ਤੇ ਸਾਡਾ ਜਿਹੜਾ ਉਹ ਸਾਨੂੰ ਜਿਹੜਾ ਉਹ ਰੋਲ ਕੇ ਧਰ ਦਿੱਤਾ। ਅੱਜ ਜਿਸ ਹਾਲਾਤ ਦੇ ਵਿੱਚ ਅਸੀਂ ਹੈਗੇ ਆ ਉਹਨਾਂ ਲਈ ਸਿਆਸਤਦਾਨ ਜ਼ਿੰਮੇਵਾਰ ਨੇ ਜੀ। ਇਹੀ ਚੀਜ਼ ਜਿਹੜੀ ਹੈਗੀ ਆ ਉਹ ਸਿਆਸਤਦਾਨਾਂ ਨੂੰ ਹਾਸ਼ੀਏ 'ਚ ਧੱਕਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਕਿੰਗ ਮੇਕਰ ਬਣਨਗੇ। ਜਿਸ ਪਾਸੇ ਵੱਲ ਨੂੰ ਕਿਸਾਨ ਹੋ ਤੁਰੇ ਉਸੇ ਪਾਸੇ ਜਿਹੜਾ ਉਹ ਕਿਸਾਨ ਜਿਹੜੀ ਹੈ ਸਰਕਾਰ ਜਿਹੜੀ ਆ ਉਸ ਪਾਰਟੀ ਦੀ ਬਣ ਜਾਏਗੀ। ਸਵਾਲ ਇੱਥੇ ਪੈਦਾ ਹੁੰਦਾ ਕਿ ਕਿਹੜੇ ਲੋਕਾਂ ਨੂੰ ਦੀ ਜਿਹੜੀ ਨੀਤੀ ਜਿਹੜੀ ਆ ਉਹ ਕਿਸਾਨਾਂ ਨੂੰ ਪਸੰਦ ਆਉਂਦੀ ਹੈ। ਹੁਣ ਇੱਥੇ ਆਪਾਂ ਕਿ ਜੇ ਬੀਜੇਪੀ ਦੇ ਐਂਗਲ ਵੱਲੋਂ ਆਪਾਂ ਦੇਖੀਏ ਕਿ ਬੀਜੇਪੀ ਇਸ ਕਿਸਾਨੀ ਅੰਦੋਲਨ ਨੂੰ ਕਿਵੇਂ ਦੇਖ ਰਹੀ ਹੈ, ਹੁਣ ਉਹਨਾਂ ਦੇ ਲਈ ਤਾਂ ਇਹ ਇੱਕ ਗੱਲ ਦੀ ਹੱਡੀ ਬਣੀ ਹੋਈ ਹੈ। ਜੇ ਉਹ 4 ਮਹੀਨੇ ਬਾਅਦ ਇਹ ਮੰਗਾਂ ਮੰਨ ਵੀ ਲੈਂਦੇ ਨੇ, ਤੁਹਾਨੂੰ ਲੱਗਦਾ ਹੈ ਕਿ ਕਿਸਾਨ ਇੰਨੀ ਲਤਾੜਨਾ ਤੋਂ ਬਾਅਦ ਇੰਨੇ ਸਾਰੇ ਜੋ ਕੁਝ ਵੀ ਹੋਇਆ ਉਹਨਾਂ ਦੇ ਨਾਲ ਇੰਨੀ ਸ਼ਹਾਦਤ ਦੇਣ ਤੋਂ ਬਾਅਦ ਹੋ ਸਕਦਾ ਕਿ ਉਹ ਜੇ ਇਹ ਕਾਨੂੰਨ ਰੱਦ ਵੀ ਕਰ ਦਿੱਤੇ ਜਾਣ ਤਾਂ ਉਸ ਤੋਂ ਬਾਅਦ ਵੀ ਬੀਜੇਪੀ ਨੂੰ ਵੋਟ ਪਾਏਗਾ? ਦੇਖੋ, ਜਿੰਨੀ ਮੁਖਾਲਫਤ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਇਸ ਵੇਲੇ ਹੋ ਗਈ ਆ, ਉਹ ਮੈਨੂੰ ਲੱਗਦਾ ਕਿ ਉਸ ਤੋਂ ਉੱਭਰ ਪਾਉਣਾ ਜਿਹੜਾ ਭਾਰਤੀ ਜਨਤਾ ਪਾਰਟੀ ਲਈ ਬਹੁਤ ਔਖਾ ਹੈਗਾ। ਆਪਾਂ ਨਾਮੁਮਕਿਨ ਤਾਂ ਨਹੀਂ ਕਹਾਂਗੇ, ਨਾਮੁਮਕਿਨ ਇਸ ਕਰਕੇ ਨਹੀਂ ਕਹਾਂਗੇ ਕਿਉਂਕਿ ਬਹੁਤ ਸਾਰੀ ਮੁਖਾਲਫਤ ਜਿਹੜੀ ਆ ਕਾਂਗਰਸ ਪਾਰਟੀ ਦੀ ਵੀ ਹੋਈ ਜਦੋਂ 84 ਦੇ ਆਪਾਂ ਬਲੂ ਸਟਾਰ ਹੋਇਆ, 84 ਦੇ ਵਿੱਚ ਜਿਹੜੀ ਸਿੱਖ ਕਤਲੇਆਮ ਹੋਇਆ। ਉਸ ਤੋਂ ਇਲਾਵਾ ਜਿਹੜਾ ਪੰਜਾਬ ਦੇ ਵਿੱਚ ਖਾੜਕੂਵਾਦ ਦੇ ਸਮੇਂ ਦੇ ਦੌਰਾਨ ਜਿਹੜੇ ਲੱਖਾਂ ਨੌਜਵਾਨ ਜਿਹੜੇ ਉਹ ਪੁਲਿਸ ਮੁਕਾਬਲਿਆਂ 'ਚ ਮਾਰ ਤੇ ਗਾਇਬ ਕਰ ਦਿੱਤੇ ਗਏ। ਜਿੰਨੀ ਮੁਖਾਲਫਤ ਕਾਂਗਰਸ ਦੀ ਹੋਈ ਸੀ ਉਦੋਂ ਵੀ ਐਂ ਲੱਗਦਾ ਹੁੰਦਾ ਸੀ ਕਿ ਹੁਣ ਕਾਂਗਰਸ ਜਿਹੜੀ ਆ ਉਹ ਦੁਬਾਰਾ ਨਹੀਂ ਆ ਸਕਦੀ, ਖਤਮ ਹੋ ਗਈ। ਲੇਕਿਨ ਉਸ ਤੋਂ ਬਾਅਦ ਵੀ ਪਹਿਲਾਂ 2002 ਤੇ ਹੁਣ 2017 ਦੇ ਵਿੱਚ ਪੰਜਾਬ ਦੀ ਸਰਕਾਰ ਬਣੀ ਤੇ ਇਸ ਤੋਂ ਇਲਾਵਾ ਵੀ ਦਿੱਲੀ ਦੇ ਵਿੱਚ ਵੀ ਸਰਕਾਰ ਬਣੀ। ਉਹਦੇ ਲਗਾਤਾਰ ਰਾਜ ਤੇ ਇਹ ਆਪਾਂ ਨਹੀਂ ਕਹਿ ਸਕਦੇ ਕਿ ਲੋਕ ਜਿਹੜੇ ਨੇ ਉਹ ਬਿਲਕੁਲ ਹੀ ਹੁਣ ਬੀਜੇਪੀ ਨੂੰ ਜਿਹੜੇ ਉਹ ਖਤਮ ਹੋ ਗਈ ਜਾਂ ਕੁਛ ਹੋ ਗਿਆ। ਲੋਕ ਭੁੱਲਣ ਹਾਰ ਨੇ ਜੀ, ਵਿਸਾਰ ਦਿੰਦੇ ਨੇ ਸਾਰੀਆਂ ਗੱਲਾਂ ਨੂੰ। ਇੱਥੇ ਹੀ ਜਿਹੜਾ ਹੈਗਾ ਉਹ ਇਹਨਾਂ ਨੂੰ ਥੋੜਾ ਜਿਹਾ ਵਿਸ਼ਲੇਸ਼ਣ ਕਰਨ ਦੀ ਲੋੜ ਆ ਆਮ ਜਨਤਾ ਨੂੰ ਕਿ ਸਾਡੇ ਨਾਲ ਸਾਡੇ ਹਿੱਤਾਂ ਲਈ ਕੌਣ ਚੰਗਾ ਤੇ ਕੌਣ ਮਾੜਾ ਹੈ। ਜਦ ਤੱਕ ਅਸੀਂ ਇਹ ਨਹੀਂ ਸਮਝਾਂਗੇ ਨਾ ਵੀ ਸਾਡੇ ਲਈ ਕੌਣ ਚੰਗਾ ਤੇ ਕੌਣ ਮਾੜਾ ਹੈ, ਫਿਰ ਸਾਡੇ ਉੱਤੇ ਕੁਛ ਨਾ ਕੁਛ ਹੋਏਗਾ, ਫਿਰ ਸਾਡੇ ਉੱਤੇ ਕੁਛ ਨਾ ਕੁਛ ਹੋਏਗਾ। ਸਾਡੇ ਨਾਲ ਹਾਲਾਤ ਇਹ ਨੇ ਕਿ ਅਸੀਂ ਮੌਜੂਦਾ ਜਿਹੜੀ ਸਰਕਾਰ ਹੁੰਦੀ ਹੈ ਉਹਨੂੰ ਕਹਿੰਦੇ ਆ ਵੀ ਇਹ ਸਾਡੇ ਲਈ ਬਹੁਤ ਮਾੜੀ ਹੈ, ਇਹਨੂੰ ਆਪਾਂ ਦੁਬਾਰਾ ਨਹੀਂ ਆਉਣ ਦੇਣਾ। ਲੇਕਿਨ ਜਦੋਂ ਸਾਡੇ ਉੱਤੇ ਦੂਜਾ ਉਸ ਤੋਂ ਵੀ ਮਾੜਾ ਆ ਜਾਂਦਾ ਤੇ ਅਸੀਂ ਪਹਿਲਾਂ ਕਹਿਣ ਲੱਗ ਪੈਂਦੇ ਯਾਰ ਪਹਿਲਾਂ ਵਾਲੀ ਠੀਕ ਸੀ। ਫਿਰ ਉਹ ਜਿਹੜੀ ਆ ਉਹ ਚੰਗੀ ਲੱਗਣ ਲੱਗ ਪੈਂਦੀ ਹੈ ਜਿਹੜੀ ਪਹਿਲਾਂ ਬਹੁਤ ਮਾੜੀ ਸੀ, ਕਿਉਂਕਿ ਉਹਨੂੰ ਉਹ ਜਿਹੜਾ ਇਹ ਅੱਜ ਦੇ ਵਿੱਚ ਰਹਿੰਦੇ ਨੇ ਲੋਕ ਜਿਹੜੇ ਨੇ ਉਹ ਅੱਜ 'ਚ ਰਹਿੰਦੇ ਨੇ। ਉਹ ਇਹ ਦੇਖਦੇ ਨੇ ਵੀ ਸਾਨੂੰ ਮੌਕੇ ਦੇ ਉੱਤੇ ਕੀ ਤਕਲੀਫ ਹੈ, ਇਹ ਨਹੀਂ ਦੇਖਦੇ ਵੀ ਸਾਨੂੰ ਜਿਹੜਾ ਉਹਨੇ ਵੀ ਖਰਾਬ ਕੀਤਾ, ਸਾਨੂੰ ਉਹਨੇ ਵੀ ਖਰਾਬ ਕੀਤਾ ਤੇ ਅਸੀਂ ਆਪਣੀ ਇੰਨੀ ਸ਼ਕਤੀ ਕਿਉਂ ਨਹੀਂ ਪੈਦਾ ਕਰ ਲੈਂਦੇ ਕਿ ਜਿਹੜੇ ਅਸੀਂ ਆਪਣੇ ਸੱਤਾ ਦੇ ਵਿੱਚ ਜਿਹੜਾ ਇਹਨਾਂ ਨੂੰ ਸਾਡੀ ਵੋਟ ਦੇ ਦਮ ਦੇ ਉੱਤੇ ਸਾਡੇ ਦੇ ਉੱਤੇ ਬੈਠੇ ਨੇ ਨਾ ਇਹ। ਜਦੋਂ ਤੱਕ ਅਸੀਂ ਆਪਣੀ ਵੋਟਾਂ ਨੂੰ ਜਿਹੜੀ ਆ ਉਹਦੀ ਸ਼ਕਤੀ ਨਹੀਂ ਪਛਾਣਾਂਗੇ ਉਦੋਂ ਤੱਕ ਜਿਹੜਾ ਸਾਡੇ ਨਾਲ ਇੱਦਾਂ ਹੀ ਹੁੰਦਾ ਹੋਏਗਾ। ਦਿੱਲੀ ਦੇ ਵਿੱਚ ਜਿਹੜੀ ਆ ਆਮ ਜਨਤਾ ਨੇ ਜਿਹੜੀ ਆ ਉਹ ਵੋਟਾਂ ਦੀ ਸ਼ਕਤੀ ਪਛਾਣੀ। ਆਮ ਆਦਮੀ ਪਾਰਟੀ ਦੇ ਜਿਹੜੇ ਬਹੁਤ ਸਾਰੇ ਵਿਧਾਇਕ ਜਿਹੜੇ ਸੀਗੇ ਉਹ ਪਹਿਲੀ ਵਾਰ ਆਏ। ਪੰਜਾਬ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਿਧਾਇਕ ਪਹਿਲੀ ਵਾਰ ਆਏ, ਲੋਕੀ ਜਾਣਦੇ ਵੀ ਨਹੀਂ ਸੀਗੇ, ਆਮ ਬੰਦਿਆਂ ਦੇ ਵਿੱਚੋਂ ਨਿਕਲ ਕੇ ਆਏ ਤੇ ਉਹ ਲੋਕਾਂ ਨੇ ਆਪਣੀ ਸ਼ਕਤੀ ਆਪ ਪਛਾਣੀ। ਡਾਕਟਰ ਗਾਂਧੀ ਦੀ ਗੱਲ ਕਰ ਲਈਏ ਜਾਂ ਉਸ ਤੋਂ ਬਾਅਦ ਭਗਵੰਤ ਮਾਨ ਦੀ ਆਪਣੀ ਗੱਲ ਕਰ ਲਈਏ, ਉਸ ਤੋਂ ਪਹਿਲਾਂ ਬਹੁਤ ਸਾਰੇ ਲੋਕ ਨੇ ਜਿਹੜੇ ਆਪਾਂ ਅਗਰ ਨਾਮ ਲਏ ਜਾਣ ਤਾਂ ਬਹੁਤ ਸਾਰੇ ਲੋਕ ਨੇ ਤੇ ਉਹ ਸਾਰੇ ਦੇ ਸਾਰੇ ਜਿਹੜੇ ਸੀ ਉਹ ਅੱਜ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਵਿੱਚੋਂ ਕੋਈ ਵੀ ਐਸਾ ਸੀਗਾ ਜਿਹੜੇ ਕਿ ਨਾਮ ਪਰ ਨਾਮ ਸੀਗੇ ਉਹਨਾਂ ਦੇ। ਉਹ ਸਾਰੇ ਦੇ ਸਾਰੇ ਜਿਹੜੇ ਸੀ ਉਹ ਤਕਰੀਬਨ ਜਿਹੜੇ ਸੁਖਪਾਲ ਖਹਿਰਾ ਤੇ ਕੁਝ ਹੋਰ ਬੰਦਿਆਂ ਨੂੰ ਛੱਡ ਦਿੱਤਾ ਜਾਵੇ ਤੇ ਉਹ ਸਾਰੇ ਦੇ ਸਾਰੇ ਜਿਹੜੇ ਸੀਗੇ ਉਹ ਪਹਿਲੀ ਵਾਰੀ ਆਏ ਸੀਗੇ। ਉਹ ਜਨਤਾ ਨੇ ਆਪਣੀ ਸ਼ਕਤੀ ਪਛਾਣੀ ਤੇ ਦੇਖੋ ਅੱਜ ਉੱਥੋਂ ਜਿਹੜੇ ਆ ਦਿੱਲੀ ਦੇ ਵਿੱਚੋਂ ਉਹਨਾਂ ਨੂੰ ਕੋਈ ਹਰਾ ਨਹੀਂ ਸਕਿਆ। ਹਾਰ ਗਈ ਬੀਜੇਪੀ ਉੱਥੇ ਉਹਨਾਂ ਨੂੰ ਹਰ ਤਰ੍ਹਾਂ ਦੇ ਨਾਲ ਗੇੜ ਦੇ ਵਿੱਚ ਲੈਣ ਲਈ ਤੇ ਆਖਰਕਾਰ ਉਹਦੀਆਂ ਜਿਹੜੀਆਂ ਦਿੱਲੀ ਸਰਕਾਰ ਦੀਆਂ ਸ਼ਕਤੀਆਂ ਖੋ ਕੇ ਜਿਹੜੀਆਂ ਉਹ LG ਦੇ ਕੋਲ ਜਿਹੜੀਆਂ ਉਹਨਾਂ ਦੇ ਹਵਾਲੇ ਕਰ ਦਿੱਤੀਆਂ। ਇਸ ਬਿੱਲ ਨੂੰ ਤੁਸੀਂ ਦੇਖਦੇ ਹੋ ਕਿ ਡੈਮੋਕ੍ਰੇਸੀ ਦਾ ਘਾਣ ਹੈ ਕਿਉਂਕਿ ਲੋਕਾਂ ਨੇ ਵੋਟਾਂ ਪਾਈਆਂ, ਲੋਕਾਂ ਨੇ ਸਰਕਾਰ ਬਣਾਈ, ਜੇ ਉਸ ਤੋਂ ਬਾਅਦ ਦੇਣੇ ਤੁਸੀਂ LG ਨੂੰ ਹੈ ਤਾਂ ਇਸ ਹਿਸਾਬ ਨਾਲ ਤਾਂ ਫਿਰ ਗਵਰਨਰ ਨੂੰ ਵੀ ਦਿੱਤੀਆਂ ਜਾ ਸਕਦੀਆਂ ਕਿਸੇ ਟਾਈਮ ਵੀ। ਤਾਂ ਇਹੀ ਗੱਲ ਜਿਹੜੀ ਆ ਮੈਂ ਤੇ ਮੇਰੇ ਸੀਨੀਅਰ ਜਿਹੜੇ ਸਾਡੇ ਪੱਤਰਕਾਰ ਨੇ ਬਲਤੇਜ ਪੰਨੂ ਸਾਡੇ ਪੈਨਲ ਦੇ ਉੱਤੇ ਨੇ ਤੇ ਉਹਨਾਂ ਨਾਲ ਵੀ ਜਿਹੜੀ ਅੱਜ ਸਾਡੀ ਇਹਦੇ 'ਤੇ ਗੱਲਬਾਤ ਕੀਤੀ ਹੈ ਚੈਨਲ ਵਾਸਤੇ। ਇਹੀ ਗੱਲ ਜਿਹੜੀ ਆ ਉਹ ਪੰਨੂ ਸਾਹਿਬ ਨੇ ਵੀ ਇਹੀ ਗੱਲ ਕੀਤੀ ਹੈ ਕਿ ਇਹ ਸ਼ੁਰੂਆਤ ਹੈ। ਇਹ ਲੈਫਟੀਨੈਂਟ ਗਵਰਨਰ ਨੂੰ ਜਿਹੜੀਆਂ ਪਾਵਰਾਂ ਦਿੱਤੀਆਂ ਗਈਆਂ ਨੇ ਇਹ ਇੱਕ ਸ਼ੁਰੂਆਤ ਹੈ। ਇਹ ਜਦੋਂ ਦਿੱਲੀ ਸਰਕਾਰ ਨੇ ਧਾਰਾ 370 ਜਿਹੜੀ ਸੀ ਤੋੜੀ ਸੀਗੀ ਤਾਂ ਉਦੋਂ ਕੇਂਦਰ ਸਰਕਾਰ ਦੇ ਜਿਹੜੇ ਉਹਦੇ ਦਿੱਲੀ ਦੇ ਵਿੱਚ ਬੈਠੇ ਕੇਜਰੀਵਾਲ ਨੇ ਉਹਦਾ ਸਵਾਗਤ ਕੀਤਾ ਸੀ ਜੀ। ਬਿਲਕੁਲ ਉਹਨੂੰ ਇਹ ਨਹੀਂ ਸੀ ਪਤਾ ਵੀ ਜਿਹੜਾ ਇਹ ਕੱਲ ਨੂੰ ਮੇਰੇ ਨਾਲ ਵੀ ਹੋਣ ਵਾਲਾ ਹੈ। ਅੱਜ ਜਦੋਂ ਉਹਨਾਂ ਨੂੰ ਆਪਣੇ ਨਾਲ ਹੋਇਆ
ਤੇ ਫਿਰ ਉਹਨਾਂ ਨੂੰ ਸ਼ਾਇਦ ਉਹਨਾਂ ਜਿਹੜਾ ਜੰਮੂ ਕਸ਼ਮੀਰ ਦਾ ਜਿਹੜਾ ਜੋ ਕੁਝ ਹੋਇਆ ਉਹ ਦਰਦ ਸ਼ਾਇਦ ਸਮਝ ਆਇਆ ਹੋਵੇਗਾ ਜੀ। ਇਸੇ ਤਰ੍ਹਾਂ ਬਾਕੀਆਂ ਨੂੰ ਵੀ ਇਹ ਦਰਦ ਸਮਝਣ ਦੀ ਲੋੜ ਹੈ ਪੂਰੇ ਦੇਸ਼ ਦੇ। ਇੱਕ ਗੱਲ ਐਡ ਕਰਦਾ ਹਾਂ ਕਿ ਫਾਰੂਕ ਅਬਦੁੱਲਾ ਨੇ ਜਿਹੜੇ ਉੱਥੋਂ ਦੇ ਬੜੇ ਕਸ਼ਮੀਰ ਦੇ ਬਹੁਤ ਤਗੜੇ ਲੀਡਰ ਨੇ, ਉਹਨਾਂ ਨੇ ਸਪੋਰਟ ਕੀਤੀ ਹੈ, ਉਹਨਾਂ ਨੇ ਸਪੋਰਟ ਕੀਤੀ, ਕੇਜਰੀਵਾਲ ਦੀ ਸਪੋਰਟ ਕੀਤੀ ਵੀ ਇਹ ਚੀਜ਼ ਗਲਤ ਕੀਤੀ ਗਈ ਹੈ ਜੀ। ਇਸ ਬਿੱਲ ਦਾ ਵਿਰੋਧ ਉਹਨਾਂ ਨੇ ਹਾਲਾਂਕਿ ਬਿਲਕੁਲ ਕੀਤਾ, ਉਹਨਾਂ ਨੇ ਵੀ ਕੀਤਾ, ਕਾਂਗਰਸ ਨੇ ਵੀ ਕੀਤਾ, ਜਿਹੜਾ ਉਹ ਦਿੱਲੀ ਕਾਂਗਰਸ ਨੇ ਵੀ ਕੀਤਾ ਇਸ ਚੀਜ਼ ਦਾ ਵਿਰੋਧ। ਦਿੱਲੀ ਕਾਂਗਰਸ ਤਾਂ ਚਲੋ ਖੈਰ ਵਾਕਆਊਟ ਵੀ ਕਰ ਗਈ ਸੀ ਉਸ ਵੇਲੇ ਤਾਂ ਜੀ। ਇੱਥੇ ਫਰਕ ਹੈ। ਫਾਰੂਕ ਅਬਦੁੱਲਾ ਨੇ ਨੈਸ਼ਨਲ ਕਾਨਫਰੰਸ ਨੇ ਜਿਹੜੇ ਇਹਨਾਂ ਦੇ ਹੱਕ ਦੇ ਵਿੱਚ ਕਿਹਾ, ਬਿਆਨ ਦਿੱਤਾ ਵੀ ਇਹ ਗਲਤ ਕੀਤਾ ਜਿਹੜਾ ਇਹਨਾਂ ਨੇ ਲੈਫਟੀਨੈਂਟ ਗਵਰਨਰ ਨੂੰ ਜਿਹੜੀਆਂ ਪਾਵਰਾਂ ਦਿੱਤੀਆਂ ਨੇ ਜੀ। ਤੇ ਕੇਜਰੀਵਾਲ ਨੇ ਜਿਹੜਾ ਧਾਰਾ 370 ਦਾ ਜਿਹੜਾ ਸਵਾਗਤ ਕੀਤਾ ਸੀਗਾ ਵੀ ਤੋੜੀ ਜਿਹੜੀ ਉਹਨਾਂ ਨੇ। ਇਹ ਆਪਾਂ ਨੂੰ ਵੀ ਸਾਰਿਆਂ ਜਿਹੜੇ ਦੇਸ਼ ਦੇ ਸਾਰੇ ਸੂਬਿਆਂ ਨੂੰ ਜਿਹੜੀ ਸਮਝਣ ਦੀ ਲੋੜ ਹੈ ਕਿ ਜਿੱਥੇ ਜਿੱਥੇ ਵੀ ਇਸ ਤਰ੍ਹਾਂ ਦੀ ਤਾਨਾਸ਼ਾਹੀ ਜਿਹੜੇ ਉਹ ਕੀਤੇ ਜਾਣਗੇ, ਫੈਸਲੇ ਲਏ ਜਾਣਗੇ, ਉਹਨਾਂ ਨੂੰ ਰਲ ਕੇ ਜਿਹੜਾ ਇਸ ਚੀਜ਼ ਦਾ ਵਿਰੋਧ ਕਰਨਾ ਪਏਗਾ। ਨਹੀਂ ਤਾਂ ਇੱਕ ਇੱਕ ਕਰਕੇ ਜਿਹੜੀਆਂ ਸਾਰੀਆਂ ਦੀ ਗਰਦਨਾਂ ਨੂੰ ਹੱਥ ਪੈ ਜਾਣਾ। ਇਹ ਪਾਵਰਾਂ ਜਿਹੜੀਆਂ ਨੇ ਪੰਜਾਬ ਸਰਕਾਰ ਦੀਆਂ ਵੀ ਜਿਹੜੀਆਂ ਗਵਰਨਰ ਨੂੰ ਦਿੱਤੀਆਂ ਜਾ ਸਕਦੀਆਂ ਨੇ, ਹਰਿਆਣਾ ਸਰਕਾਰ ਦੀਆਂ ਵੀ ਦਿੱਤੀਆਂ ਜਾਂਦੀਆਂ, ਰਾਜਸਥਾਨ ਦੀਆਂ ਵੀ ਦਿੱਤੀਆਂ ਜਾ ਸਕਦੀਆਂ ਨੇ। ਹੌਲੀ ਹੌਲੀ ਸਰਕਾਰਾਂ ਤਾਂ ਖੋਣੀਆਂ ਸ਼ੁਰੂ ਕਰ ਦਿੱਤੀਆਂ। ਪੰਜਾਬ ਦੇ ਨਾਲ ਤਾਂ ਹੋਈ ਹੈ। ਮੱਧ ਪ੍ਰਦੇਸ਼ ਦੀ ਦੇਖ ਲਓ ਤੁਸੀਂ ਕੀ ਹਾਲ ਕਰਕੇ ਜਿਹੜਾ ਕਮਲਨਾਥ ਤੋਂ ਜਿਹੜਾ ਬਦਲ ਕੇ ਦੂਜੇ ਪਾਸੇ ਚਲਾ ਗਿਆ। ਵਿੱਚ ਐਵੇਂ ਹੋਇਆ, ਬਾਅਦ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ, 2 ਦਿਨਾਂ ਦਾ ਮੁੱਖ ਮੰਤਰੀ ਬਣਾ ਵੀ ਦਿੱਤਾ ਸੀ। ਬਿਲਕੁਲ ਬਿਲਕੁਲ। ਉਹ ਇਹ ਚੀਜ਼ਾਂ ਜਿਹੜੀਆਂ ਨੇ ਉਹ ਹੌਲੀ ਹੌਲੀ ਜਿਹੜੀ ਆ ਉਹ ਦੂਜੇ ਤਰੀਕੇ ਦੇ ਆਪਣੇ ਕਬਜ਼ੇ 'ਚ ਲਿੱਤਾਂਗੇ। ਇਹ ਤਾਂ ਆਪਣੀ ਹੋਂਦ ਆਪਣੀ ਆਪ ਪਛਾਣਨੀ ਪਏਗੀ। ਜਦੋਂ ਤੱਕ ਅਸੀਂ ਆਪਣੀ ਹੋਂਦ ਆਪ ਨਹੀਂ ਪਛਾਣਾਂਗੇ, ਦੂਜੇ ਨਾਲ ਜੋ ਕੁਝ ਮਾੜਾ ਹੋ ਰਿਹਾ ਉਹਦੇ ਖਿਲਾਫ ਆਵਾਜ਼ ਉਹਦਾ ਸਾਥ ਦੇ ਕੇ ਨਹੀਂ ਚੱਕਾਂਗੇ, ਤੇ ਕੱਲ ਨੂੰ ਵਾਰੀ ਸਾਡੀ ਜ਼ਰੂਰ ਆਉਣੀ ਹੈ। ਜੀ ਇੱਥੇ ਤੁਸੀਂ ਗੱਲ ਕਰੀ ਸੀ ਤਾਨਾਸ਼ਾਹੀ ਦੀ, ਇੱਕ ਇੰਗਲਿਸ਼ ਦੀ ਬੜੀ ਖੂਬਸੂਰਤ ਕਹਾਵਤ ਹੈ ਕਿ ਹਿਸਟਰੀ ਰਿਪੀਟਸ ਇਟਸੈਲਫ। ਹਿਸਟਰੀ ਦੇ ਵਿੱਚ ਕੀ ਹੋਇਆ ਸੀਗਾ ਕਿ ਜਰਮਨੀ ਦੇ, ਜਦੋਂ ਇੰਡੀਆ ਦੀ ਗੱਲ ਚੱਲਦੀ ਹੈ ਜਰਮਨੀ ਦੀ ਗੱਲ ਹਮੇਸ਼ਾ ਚੱਲਦੀ ਹੈ। ਗਾਂਧੀ, ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਮਹਾਤਮਾ ਗਾਂਧੀ ਤੇ ਅਡੋਲਫ ਹਿਟਲਰ ਦੇ ਵਿੱਚ ਚੰਗੇ ਸੰਬੰਧ ਸੀ। ਪੈਨ ਪਾਲ ਸੀਗੇ, ਦੋਨੋਂ ਚਿੱਠੀਆਂ ਦਾ ਆਦਾਨ ਪ੍ਰਦਾਨ ਕਰਦੇ ਹੁੰਦੇ ਸੀ। ਅਡੋਲਫ ਹਿਟਲਰ ਇੱਕ ਆਮ ਸੈਨਿਕ ਦੇ ਰੂਪ ਦੇ ਵਿੱਚ ਅੱਗੇ ਆਇਆ ਸੀਗਾ। ਸੈਨਿਕ ਤੋਂ ਬਾਅਦ ਉਹ ਹੌਲੀ ਹੌਲੀ ਉਹਨੇ ਵੋਟਾਂ ਲੜੀਆਂ, ਮੈਜੋਰਟੀ ਦੇ ਵਿੱਚ ਆ ਕੇ ਸਰਕਾਰ ਬਣਾ ਲਈ। ਸਰਕਾਰ ਬਣਾਉਣ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਪਹਿਲਾ ਸਟੈਪ ਸੀਗਾ ਕਿ ਜਿਹੜੀਆਂ ਪਾਵਰਾਂ ਨੇ ਉਹਨਾਂ ਤੋਂ ਆਪਣੀਆਂ ਸਟੇਟਸ ਤੋਂ ਖੋ ਕੇ ਸੈਂਟਰ ਨੂੰ ਲੈਣੀਆਂ ਸ਼ੁਰੂ ਕਰਤੀਆਂ। ਐਲਜੀਜ਼ ਨੂੰ ਉਹਨਾਂ ਨੇ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਜਿਹੜਾ ਉਹਨਾਂ ਦੇ ਆਪਣੇ ਅਪਾਇੰਟ ਕੀਤੇ ਗਏ ਬੰਦੇ ਸੀ ਉਹਨਾਂ ਨੂੰ ਤਾਕਤਾਂ ਦੇਣੀ ਸ਼ੁਰੂ ਕਰਤੀਆਂ ਸੀ। ਆਖਰੀ ਉਹਨਾਂ ਦਾ ਹੱਲ ਉਹਨਾਂ ਦਾ ਸਟੈਪ ਇਹ ਸੀਗਾ ਕਿ ਉਹਨਾਂ ਨੇ ਸਾਰੀਆਂ ਤਾਕਤਾਂ ਆਪਣੇ ਹੱਥ 'ਚ ਲੈ ਲਿਆ ਸੀ ਤੇ ਮੁੜ ਕੇ ਉੱਥੇ ਵੋਟਾਂ ਨਹੀਂ ਸੀ ਹੋਈਆਂ। ਇਹੀ ਚੀਜ਼ ਰਸ਼ੀਆ ਦੇ ਵਿੱਚ ਦੇਖਣ ਨੂੰ ਮਿਲੀ ਹੈ। ਇਹੀ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਡੋਨਲਡ ਟਰੰਪ ਨੇ ਜਦੋਂ ਕੈਪੀਟਲ ਹਿੱਲ ਦੇ ਵਿੱਚ ਹਮਲਾ ਹੋਇਆ। ਇਹੀ ਚੀਜ਼ ਜੇ ਹੁਣ ਹਾਲਾਂਕਿ ਅਸੀਂ ਸਾਰੇ ਇਸ ਗੱਲ ਦੇ ਉੱਪਰ ਇਸ ਗੱਲ ਦੀ ਉਮੀਦ ਕਰਦੇ ਹਾਂ ਕਿ ਇਹੋ ਜਿਹਾ ਕੁਛ ਨਾ ਹੋਵੇ, ਪਰ ਜੇਕਰ ਪੰਜਾਬ ਜਾਂ ਭਾਰਤ ਦੇ ਵਿੱਚ ਇਹੋ ਜਿਹਾ ਕੁਛ ਹੁੰਦਾ ਤਾਂ ਬੜਾ ਹੀ ਦੁਖਦਾਈ ਹੋਏਗਾ ਇਹ ਸੋਚਣਾ। ਕੁਲਵੰਤ ਜੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਤੇ ਇੱਕ ਆਖਰੀ ਕਮੈਂਟ ਤੁਹਾਡੇ ਤੋਂ ਲਊਂਗਾ ਕਿ ਜੇਕਰ ਇਹੋ ਜਿਹੀ ਗੱਲ ਹੁੰਦੀ ਹੈ, ਠੀਕ ਆ, ਮਾਰਕੁੱਟ ਹੋਈ ਹੈ, ਕਿਸੇ ਦੀ ਵੀ ਹੋਣੀ ਨਿੰਦਨੀ ਹੈ, ਬਹੁਤ ਮਾੜੀ ਗੱਲ ਹੈ, ਟੇਬਲ ਟਾਕ ਹੀ ਹੋਏਗੀ। ਪਰ ਟੇਬਲ ਟਾਕ ਹੁਣ ਹੋਏਗੀ ਕਦੋਂ? ਦੇਖੋ, ਜਿਸ ਤਰ੍ਹਾਂ ਕਿਸਾਨਾਂ ਨੇ ਭਾਰਤ ਬੰਦ ਜਿਹੜਾ ਹੁਣ ਕੀਤਾ ਹੈਗਾ, ਇਹਨੇ ਇਸ ਭਾਰਤ ਬੰਦ ਦੀ ਜਿਹੜੀ ਸਫਲਤਾ ਹੋਈ ਹੈ, ਮੈਂ ਆਪਣੇ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਵਾਰੀ ਇਹਦੇ ਦੇਖਿਆ ਕਿ ਰੇਹੜੀਆਂ ਵੀ ਨਹੀਂ ਲੱਗੀਆਂ ਹੋਣ। ਰੇਹੜੀਆਂ ਵੀ ਨਹੀਂ ਲੱਗੀਆਂ ਸੀਗੀਆਂ, ਫਲ ਫਰੂਟ ਸਬਜ਼ੀਆਂ ਵਾਲੇ ਜਿਹੜੇ ਛੋਟੇ ਮੋਟੇ ਖੋਮਚੇ ਜਿਹੜੇ ਹੋਣਗੇ ਉਹ ਵੀ ਨਹੀਂ ਲੱਗੇ। ਇੰਨਾ ਜ਼ਬਰਦਸਤ ਬੰਦ ਜਿਹੜਾ ਉਹ ਸ਼ਾਇਦ ਇਤਿਹਾਸ ਦੇ ਵਿੱਚ ਬਹੁਤ ਘੱਟ ਵਾਰੀ ਹੋਇਆ ਜੀ। ਤੇ ਜਦੋਂ ਇਸ ਲੈਵਲ ਤੱਕ ਆ ਕੇ ਲੋਕੀ ਜਿਹੜੇ ਕਿਸਾਨਾਂ ਦੇ ਨਾਲ ਆ ਕੇ ਖੜੇ ਹੋ ਜਾਣ ਨਾ, ਤਾਂ ਉਹਦਾ ਹੱਲ ਜਿਹੜਾ ਨਿਕਲਣਾ ਉਹ ਬਹੁਤ ਜਲਦੀ ਮੈਨੂੰ ਲੱਗਦਾ ਕਿ ਹੋਣਾ ਚਾਹੀਦਾ। ਸਵਾਲ ਇੱਥੇ ਪੈਦਾ ਹੁੰਦਾ ਕਿ 5 ਰਾਜਾਂ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ, ਉੱਥੇ ਦੇ ਰਿਜ਼ਲਟ ਕੀ ਨਿਕਲ ਕੇ ਸਾਹਮਣੇ ਆਉਂਦੇ ਨੇ। ਜਦੋਂ ਉੱਥੇ ਦੇ ਨਤੀਜੇ ਬੀਜੇਪੀ ਦੇ ਖਿਲਾਫ ਚਲੇ ਗਏ ਤਾਂ ਫਿਰ ਤਾਂ ਜਿਹੜਾ ਕਿਸਾਨਾਂ ਦੇ ਹੱਲ ਨਿਕਲਣਾ ਜਲਦੀ ਜਿਹੜਾ ਉਹ ਉਮੀਦ ਕੀਤੀ ਜਾ ਸਕਦੀ ਹੈ। ਲੇਕਿਨ ਜੇਕਰ ਉੱਥੇ ਦੇ ਨਤੀਜੇ ਬੀਜੇਪੀ ਦੇ ਹੱਕ 'ਚ ਚਲੇ ਗਏ, ਫਿਰ ਇਹ ਹੱਲ ਨਿਕਲਣਾ ਜਿਹੜਾ ਉਹ ਬਹੁਤ ਔਖਾ ਹੈ। ਅੱਗੇ ਬਹੁਤ ਸਾਰੀਆਂ ਕੁਰਬਾਨੀਆਂ ਹੋਣ ਦੀ ਜਿਹੜੀ ਸੰਭਾਵਨਾ ਹੈਗੀ ਹੈ ਜੀ। ਬਹੁਤ ਬਹੁਤ ਧੰਨਵਾਦ ਕੁਲਵੰਤ ਜੀ ਸਾਡੇ ਨਾਲ ਜੁੜਨ ਲਈ ਦੁਬਾਰਾ। ਤੁਸੀਂ ਵੀ ਜੁੜੇ ਰਹੋ ਨਿਊਜ਼ ਏਸ਼ੀਆ ਪੰਜਾਬੀ ਦੇ ਨਾਲ। ਤੁਹਾਡੇ ਨਾਲ ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਲਾਈਵ ਡਿਬੇਟ ਦੇ ਵਿੱਚ। ਮੈਂ ਬੋਨੀ ਬਿੰਦਰਾ, ਧੰਨਵਾਦ।